ਜੀ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਸਿੱਖ ਧਰਮ ਦੇ ਵਿੱਚ ਔਰਤਾਂ ਬਾਰੇ। ਜਿੱਦਾਂ ਪਹਿਲਾਂ ਵੀ ਸਾਡੇ ਇੱਕ ਸੰਗਤ ਦੇ ਵਿੱਚ ਕਿਸੇ ਨੇ ਕਿਹਾ ਸੀ ਕਿ ਇਹ ਟੌਪਿਕ ਜਿਹੜਾ ਹੈ ਕਾਫੀ ਜ਼ਿਆਦਾ ਡਿਸਕਸ ਹੋ ਰਿਹਾ ਹੈ। ਅੱਜ ਮੇਰੀ ਕੋਸ਼ਿਸ਼ ਇਹ ਹੋਏਗੀ ਕਿ ਆਪਾਂ ਇਸ ਟੌਪਿਕ ਨੂੰ ਜਿਹੜਾ ਸ਼ੇਅਰ ਕਰਨਾ ਉਹ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਵਿੱਚੋਂ ਲੈ ਕੇ ਆਪਾਂ ਸ਼ੇਅਰ ਕਰੀਏ, ਤੇ ਗੱਲ ਕਰੀਏ ਕਿ ਸਿੱਖ ਧਰਮ ਦੇ ਵਿੱਚ ਔਰਤਾਂ ਦਾ ਕੀ ਦਰਜਾ ਹੈ। ਸੋ ਏਜੰਡਾ ਜੀ, ਆਪਾਂ ਕਿਹੜੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ? ਅੱਜ ਆਪਾਂ ਗੱਲ ਕਰਾਂਗੇ ਔਰਤਾਂ ਦੇ ਦਰਜੇ ਬਾਰੇ, ਵਿਗਿਆਨ ਤੇ ਗੁਰਬਾਣੀ ਦਾ ਕੀ ਸੰਮੇਲ ਹੈ, ਕਿ ਔਰਤ ਜਿਹੜੀ ਆ ਉਹ ਮਾਹਵਾਰੀ ਦੇ ਟਾਈਮ ਤੇ ਅਪਵਿੱਤਰ ਹੁੰਦੀ ਹੈ। ਮਾਹਵਾਰੀ ਮਤਲਬ ਮੈਂਸਸ। ਇਹ ਟੌਪਿਕ ਐਕਚੁਅਲੀ ਕਿਸੇ ਸਪੈਸੀਫਿਕ ਨੇ ਸੰਗਤ ਦੇ ਵਿੱਚੋਂ ਪੁੱਛਿਆ ਸੀ, ਪਰ ਆਈ ਥਿੰਕ ਉਹ ਅੱਜ ਜੁਆਇਨ ਨਹੀਂ ਕਰ ਪਾ ਰਹੇ। ਸੋ ਇਹਦੇ ਤੇ ਬਹੁਤ ਹੀ ਬਰੀਫਲੀ ਟੱਚ ਕਰਾਂਗੇ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਟੌਪਿਕ ਹੈ, ਪਰ ਅੱਜ ਦੀ ਸੈਸ਼ਨ ਵਾਸਤੇ ਆਪਾਂ ਇਹਨੂੰ ਬਹੁਤ ਬਰੀਫਲੀ ਟੱਚ ਕਰਾਂਗੇ ਜੀ। ਸੋ ਫਿਰ ਆਪਾਂ ਗੱਲ ਕਰਾਂਗੇ ਕਿ ਕੀ ਔਰਤ ਤੇ ਮਰਦ ਬਰਾਬਰ ਨੇ, ਤੇ ਫਿਰ ਇੱਕ ਰਿਫਲੈਕਸ਼ਨ ਐਕਟੀਵਿਟੀ ਜਿਹੜੀ ਤੁਸੀਂ ਘਰ ਜਾ ਕੇ ਪ੍ਰੈਕਟਿਸ ਕਰ ਸਕਦੇ ਹੋ, ਤੇ ਫਿਰ ਐਂਡ ਦੇ ਵਿੱਚ ਆਪਾਂ ਮੈਂ ਤੁਹਾਨੂੰ ਇੱਕ ਸਰਵੇ ਦਵਾਂਗੀ ਜਿਹੜਾ 2 ਮਿੰਟ ਲੱਗਣਗੇ, ਤੇ ਤੁਸੀਂ ਜੇ ਕਰ ਸਕੋ ਉਹਨੂੰ ਕੰਪਲੀਟ ਤਾਂ ਉਹ ਮੇਰੇ ਵਾਸਤੇ ਬਹੁਤ ਮੈਨੂੰ ਹੈਲਪ ਹੋਏਗੀ ਅੱਗੇ ਜੇ ਸੈਸ਼ਨਸ ਪਲਾਨ ਕਰਨੇ ਹੋਣ। ਓਕੇ ਜੀ, ਸੋ ਔਰਤ ਦਾ ਦਰਜਾ। ਸੋ ਇਤਿਹਾਸ ਵੱਲ ਜੇ ਆਪਾਂ ਝਾਤ ਮਾਰਨੀ ਆ ਤਾਂ ਪਹਿਲਾਂ ਔਰਤਾਂ ਨੂੰ ਬੜੇ ਹੀ ਬੁਰੇ ਤਰੀਕੇ ਦੇ ਨਾਲ ਉਹਨਾਂ ਨੂੰ ਦੇਖਿਆ ਜਾਂਦਾ ਸੀ। ਉਹਨਾਂ ਦਾ ਦਰਜਾ ਜਿਹੜਾ ਹੈ ਬਿਲਕੁਲ ਵੀ ਮਾਨਤਾ ਨਹੀਂ ਸੀ ਉਹਨਾਂ ਨੂੰ ਦਿੱਤੀ ਜਾਂਦੀ। ਘਰ ਦੇ ਵਿੱਚ ਬੰਦ ਰੱਖਣਾ, ਬਸ ਘਰ ਦੇ ਕੰਮਾਂ ਦੇ ਵਿੱਚ ਹੀ ਉਲਝਾ ਕੇ ਰੱਖਣਾ, ਤੇ ਐਡਾ ਵੱਡਾ ਘੁੰਡ ਕੱਢ ਕੇ ਰੱਖਣਾ ਹਰ ਸਮੇਂ, ਹਰ ਕਿਸੇ ਦੇ ਸਾਹਮਣੇ। ਤੇ ਬੰਦੇ ਜਿਹੜੇ ਨੇ ਘਰ ਦੇ, ਉਹ ਔਰਤਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਸੀ। ਇਹ ਜਿਹੜਾ ਇਹ ਸਦੀਆਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਸੀ ਕਿ ਔਰਤਾਂ ਨਾਲ ਇਦਾਂ ਦਾ ਹੀ ਵਿਵਹਾਰ ਹੋ ਰਿਹਾ ਸੀ, ਤੇ ਔਰਤਾਂ ਜਿਹੜੀਆਂ ਨੇ ਉਹ ਇੰਨਾ ਕੁ ਉਸ ਚੀਜ਼ ਨੂੰ ਐਕਸੈਪਟ ਕਰ ਚੁੱਕੀਆਂ ਸੀ ਕਿ ਉਹਨਾਂ ਨੂੰ ਸ਼ਾਇਦ ਕੋਈ ਫਰਕ ਲੱਗਦਾ ਹੀ ਨਹੀਂ ਸੀ ਕਿ ਕੁਝ ਹੈਗਾ, ਕਿਉਂਕਿ ਉਹਨਾਂ ਨੇ ਆਪਣੇ ਵੱਡੇ ਵਡੇਰਿਆਂ ਨੂੰ ਵੀ ਇਦਾਂ ਹੀ ਦੇਖਿਆ ਸੀ ਕਿ ਉਹਨਾਂ ਦੇ ਵੱਡੇ ਵਡੇਰਿਆਂ ਨਾਲ ਇਦਾਂ ਹੋ ਰਿਹਾ ਸੀ, ਤੇ ਉਹ ਵੀ ਉਹੀ ਚੀਜ਼ ਚੱਲਦੀਆਂ ਆ ਰਹੀਆਂ ਸੀ। ਜਦੋਂ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਨ ਕੀਤਾ ਤੇ ਉਹਨਾਂ ਨੇ ਇਹ ਹਾਲਤ ਦੇਖੀ, ਉਹਨਾਂ ਨੇ ਬਹੁਤ ਕੰਮ ਕੀਤਾ ਕਿ ਔਰਤ ਦੇ ਦਰਜੇ ਨੂੰ ਜਿਹੜਾ ਹੈ ਉਹ ਹੋਰ ਵਧਾਇਆ ਜਾਏ, ਉੱਤੇ ਚੱਕਿਆ ਜਾਏ। ਤੇ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਆਪਣੀ ਗੁਰਬਾਣੀ ਦੇ ਵਿੱਚ ਲਿਖਿਆ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੇ ਇਹ ਜਿਹੜਾ ਵਿਚਾਰ ਹੈ, ਇਹ ਸ਼ਬਦ ਹੈ, ਕਿਤੇ ਨਾ ਕਿਤੇ ਸੁਣਿਆ ਹੀ ਹੋਏਗਾ। ਸੋ ਬੇਸਿਕਲੀ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਜਿਹੜੀ ਔਰਤ ਜਿਹੜੀ ਹੈ ਉਹ ਰਾਜਿਆਂ ਨੂੰ, ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਆਪਾਂ ਉਸ ਨੂੰ ਮਾੜਾ ਕਿਉਂ ਆਖ ਰਹੇ ਹਾਂ। ਫਿਰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਵੀ ਔਰਤਾਂ ਦੇ ਦਰਜੇ ਨੂੰ ਵਧਾਉਣ ਵਾਸਤੇ ਕੰਮ ਉਹਨਾਂ ਨੇ ਵੀ ਜਾਰੀ ਰੱਖਿਆ। ਆਪਣੀ ਪਤਨੀ ਮਾਤਾ ਖੀਵੀ ਜੀ ਨੂੰ ਉਹਨਾਂ ਨੇ ਲੰਗਰ ਦਾ ਇੰਚਾਰਜ ਬਣਾਇਆ। ਮਾਤਾ ਖੀਵੀ ਜੀ ਦੇ 4 ਬੱਚੇ ਸੀ, ਮਾਤਾ ਖੀਵੀ ਜੀ ਤੇ ਗੁਰੂ ਅੰਗਦ ਦੇਵ ਜੀ ਦੇ 2 ਪੁੱਤਰ ਤੇ 2 ਪੁੱਤਰੀਆਂ। ਜਿੱਥੇ ਉਹ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰ ਰਹੇ ਸੀ, ਜਿੱਥੇ ਉਹ ਆਪਣੇ ਘਰ ਨੂੰ ਸੰਭਾਲ ਰਹੇ ਸੀ, ਉਹ ਨਾਲ ਹੀ ਲੰਗਰ ਦਾ ਵੀ ਪੂਰਾ ਇੰਚਾਰਜ ਜਿਹੜਾ ਮੈਨੇਜ ਕਰ ਰਹੇ ਸੀ ਉਹ। ਤੇ ਉਸ ਸਮੇਂ ਲੰਗਰ ਜਿਹੜਾ ਉਹ ਬਹੁਤ ਹੀ ਪ੍ਰਚਲਿਤ ਸੀ। ਸੋ ਬਹੁਤ ਹੀ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਆਉਂਦੀਆਂ ਸੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ, ਤੇ ਹਰ ਕੋਈ ਲੰਗਰ ਛਕ ਕੇ ਜਾਂਦਾ ਸੀ। ਸੋ ਇਦਾਂ ਨਹੀਂ ਸੀ ਕਿ ਬਿਜ਼ੀ ਨਹੀਂ ਸੀ ਤਾਂ ਕਰਕੇ ਮਾਤਾ ਖੀਵੀ ਜੀ ਨੂੰ ਵਧਾ ਦਿੱਤਾ। ਸੋ ਮਾਤਾ ਖੀਵੀ ਜੀ ਜਿਹੜੇ ਨੇ ਉਹ ਸਾਰੀ ਸੇਵਾ ਉਸ ਟਾਈਮ ਦੇਖ ਰਹੇ ਸੀ, ਤੇ ਸਾਰੇ ਜਿਹੜੀ ਸੰਗਤ ਹੈ ਉਹ ਵੀ ਮਾਤਾ ਖੀਵੀ ਜੀ ਨੂੰ ਬਹੁਤ ਪਿਆਰ ਕਰਦੀ ਸੀ। ਤੇ ਇਹੀ ਪਿਆਰ ਦੇਖਦੇ ਹੋਏ ਸੱਤਾ ਤੇ ਬਲਵੰਡ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਉਹਨਾਂ ਨੇ ਸ਼ਬਦ ਦਾ ਉਚਾਰਨ ਕੀਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਹ ਸ਼ਬਦ ਹੈ ਜੀ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ। ਕਿ ਬਲਵੰਡ ਕਹਿ ਰਹੇ ਨੇ ਕਿ ਖੀਵੀ ਜਿਹੜੀ ਹੈ, ਮਾਤਾ ਖੀਵੀ, ਉਹ ਇੱਕ ਬਹੁਤ ਹੀ ਨੇਕ ਦਿਲ ਔਰਤ ਹੈ, ਤੇ ਜਿਹਦੀ ਛਾਂ ਦੇ ਥੱਲੇ ਸਾਰੇ ਜਿਹੜੇ ਨੇ ਉਹਨਾਂ ਨੂੰ ਬਹੁਤ ਪਿਆਰ ਮਿਲ ਰਿਹਾ। ਤੇ ਉਦੋਂ ਸਪੈਸ਼ਲਟੀ ਸੀ ਕਿ ਘਿਓ ਵਾਲੀ ਖੀਰ ਬਣਾਉਂਦੇ ਸੀ ਮਾਤਾ ਖੀਵੀ ਜੀ, ਤੇ ਸੰਗਤ ਜਿਹੜੀ ਉਹ ਬਹੁਤ ਪਸੰਦ ਕਰਦੀ ਸੀ। ਹੁਣ ਤੁਸੀਂ ਦੇਖੋ ਕਿ ਮਾਤਾ ਖੀਵੀ ਜੀ ਜਿਹੜੇ ਨੇ ਉਹ ਇੱਕ ਲੌਤੇ ਇਦਾਂ ਦੇ ਬੀਬੀ ਨੇ ਜਿਨ੍ਹਾਂ ਦਾ ਨਾਮ, ਸੌਰੀ ਆਈ ਵਾਸ ਜਸਟ ਡਿਸਟਰੈਕਟਡ, ਮੈਨੂੰ ਲੱਗਿਆ ਕਿਸੇ ਦਾ ਮੈਸੇਜ ਆਇਆ ਕਿ ਜੁਆਇਨ ਨਹੀਂ ਕਰ ਰਹੇ। ਤੇ ਮਾਤਾ ਖੀਵੀ ਜੀ ਜਿਹੜੇ ਨੇ ਉਹ ਇੱਕ ਲੌਤੇ ਐਸੇ ਸਿੱਖ ਬੀਬੀ ਨੇ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ। ਸੋ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਆਏ ਜੀ ਤੀਜੇ ਗੁਰੂ, ਗੁਰੂ ਅਮਰਦਾਸ ਜੀ। ਉਹਨਾਂ ਨੇ ਵੀ ਬੀਬੀਆਂ ਦੀਆਂ, ਔਰਤਾਂ ਦੇ ਜਿਹੜਾ ਸਮਾਜਿਕ ਦਰਜਾ ਹੈ ਉਸ ਨੂੰ ਚੱਕਣ ਵਾਸਤੇ ਬਹੁਤ ਕੰਮ ਕੀਤਾ। ਤੇ ਜਿਹੜਾ ਉਹਨਾਂ ਦਾ ਇੱਕ ਮਹਾਨ ਕਾਰਜ ਜਿਹਨੂੰ ਦੱਸਿਆ ਜਾਂਦਾ ਹੈ ਸਿੱਖ ਇਤਿਹਾਸ ਦੇ ਵਿੱਚ, ਉਹ ਇਹ ਸੀ ਕਿ ਉਸ ਸਮੇਂ ਸਤੀ ਪ੍ਰਥਾ ਬਹੁਤ ਚੱਲ ਰਹੀ ਸੀ। ਸੋ ਸਤੀ ਪ੍ਰਥਾ ਬੇਸਿਕਲੀ ਕੀ ਸੀ ਜੀ, ਕਿ ਹਿੰਦੂ ਜਿਹੜੇ ਨੇ ਉਹ ਕਹਿੰਦੇ ਸੀ ਕਿ ਜੇ ਕਿਸੇ ਵਿਆਹਤਾ ਔਰਤ ਦਾ ਆਦਮੀ, ਹਸਬੈਂਡ ਜਿਹੜਾ ਮਰ ਜਾਂਦਾ, ਤੇ ਔਰਤ ਜਿਹੜੀ ਹੈ ਉਹਨੂੰ ਵੀ ਜਿੰਦੇ ਜੀ ਉਸੇ ਚਿਖਾ ਤੇ ਬਿਠਾ ਦਿੰਦੇ ਸੀ, ਤੇ ਉਹਨੂੰ ਜਿੰਦੀ ਨੂੰ ਉਹਨੂੰ ਸੜਨਾ ਪੈਂਦਾ ਸੀ। ਕਿ ਉਹ ਕਹਿੰਦੇ ਸੀ ਕਿ ਜੇ ਤੇਰਾ ਮਰਦ ਮਰ ਗਿਆ ਤੇ ਤੇਰੀ ਵੀ ਜੀਣ ਦਾ ਹੁਣ ਕੋਈ ਮਤਲਬ ਹੀ ਨਹੀਂ ਰਹਿ ਗਿਆ। ਸੋ ਇਹ ਚੀਜ਼ ਨੂੰ ਗੁਰੂ ਅਮਰਦਾਸ ਜੀ ਨੇ
सॉरी जी, टिशा ने आई थिंक जस्ट ज्वाइन किया, सो दिस इज गुड, मैं इतना एक्चुअली देख सकनी हाँ कि कौन आ रहा। ओके सो ਗੁਰੂ ਅਮਰਦਾਸ ਜੀ ਜਿਹੜੇ ਨੇ ਉਹਨਾਂ ਨੇ ਸਤੀ ਪ੍ਰਥਾ ਨੂੰ ਖਤਮ ਕੀਤਾ ਤੇ ਇਹ ਉਹਨਾਂ ਨੇ ਉਸ ਸਮੇਂ ਕਾਨੂੰਨ ਬਣਵਾਇਆ ਉਸ ਸਮੇਂ ਦੇ ਹਾਕਮਾਂ ਤੋਂ ਕਿ ਸਤੀ ਪ੍ਰਥਾ ਜਿਹੜੀ ਉਹ ਜ਼ਰੂਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਔਰਤਾਂ ਨੂੰ ਵੀ ਉਹੀ ਮਾਣ ਤੇ ਉਹੀ ਇੱਜ਼ਤ ਮਿਲਣੀ ਚਾਹੀਦੀ ਹੈ ਜਿਹਦੀਆਂ ਉਹ ਹੱਕਦਾਰ ਨੇ। ਠੀਕ ਹੈ ਜੀ, ਸੋ ਅੱਗੇ ਆਪਾਂ ਗੱਲ ਕਰਨੇ ਆ ਕਿ ਵਿਗਿਆਨ ਤੇ ਗੁਰਬਾਣੀ ਜਿਹੜੀ ਹੈ ਉਹ ਕੀ ਕਹਿੰਦੀ ਆ। ਸੋ ਮੈਨੂੰ ਨਹੀਂ ਪਤਾ ਜੀ ਇੱਥੇ ਕੋਈ ਮੈਡੀਕਲ ਬੈਕਗ੍ਰਾਉਂਡ ਦਾ ਹੈਗਾ ਜਾਂ ਨਹੀਂ। ਮੇਰਾ ਪ੍ਰੋਫੈਸ਼ਨ ਜਿਹੜਾ ਮੈਂ ਹੈਲਥ ਕੇਅਰ ਬੈਕਗ੍ਰਾਉਂਡ ਤੋਂ ਆ, ਸੋ ਸਾਨੂੰ ਸਾਇੰਸ ਦੇ ਵਿੱਚ ਪੜਾਇਆ ਜਾਂਦਾ ਹੈ ਕਿ ਮੁੰਡੇ ਦਾ ਜਾਂ ਕੁੜੀ ਦਾ ਜੰਮਣਾ ਜਿਹੜਾ ਹੈ ਉਹ ਮਰਦ ਤੇ ਡਿਪੈਂਡੈਂਟ ਹੁੰਦਾ ਹੈ, ਔਰਤ ਤੇ ਨਹੀਂ। ਤੁਸੀਂ ਸਮਾਜ ਦੇ ਵਿੱਚ ਦੇਖੋਗੇ ਕਿ ਜਦੋਂ ਘਰੇ ਧੀ ਜੰਮੇ ਨਾ ਤੇ ਸਾਰੇ ਜਣੇ ਜਿਹੜੇ ਆ ਉਹ ਨੂੰਹ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਆ ਕਿ ਇੰਨੇ ਧੀ ਜੰਮੀ ਹੈ, ਇਹ ਮਾੜੀ ਹੈ, ਇਹ ਕੁਲੱਖਣੀ ਹੈ। ਪਰ ਸਾਇੰਸ ਇਹ ਪ੍ਰੂਵ ਕਰਦੀ ਹੈ ਕਿ ਕੁੜੀ ਜਾਂ ਮੁੰਡੇ ਦਾ ਜੰਮਣਾ ਉਹ ਜਿਹੜਾ ਫਾਦਰ ਦੇ ਕ੍ਰੋਮੋਸੋਮਸ ਤੋਂ ਡਿਟਰਮਿਨ ਹੁੰਦਾ। ਸੋ ਕ੍ਰੋਮੋਸੋਮਸ ਜਿਹੜੇ ਹੁੰਦੇ ਨੇ ਉਹ ਔਰਤ ਮਾਂ ਤੇ ਪਿਤਾ ਦੇ ਦੋਵਾਂ ਦੇ ਰਲ ਕੇ ਬੱਚੇ ਨੂੰ ਬਣਾਉਂਦੇ ਨੇ। ਜਿਹੜੀ ਮਾਂ ਹੈ ਉਹਦੇ ਵਿੱਚ ਜਿਹੜੇ ਨੇ ਉਹ ਦੋਨੋਂ ਕ੍ਰੋਮੋਸੋਮਸ ਉਹੀ ਹੁੰਦੇ ਨੇ ਜਿਹੜੇ ਕਿ ਮੁੰਡੇ ਨੂੰ ਜੰਮ ਸਕਣ, ਤੇ ਪਿਓ ਦੇ ਵਿੱਚ ਕੁੜੀ ਤੇ ਮੁੰਡੇ ਵਾਲੇ ਦੋਨੋਂ ਹੁੰਦੇ ਨੇ। ਸੋ ਜੇ ਤੇ ਮਾਂ ਦਾ ਮੁੰਡੇ ਵਾਲਾ ਤੇ ਪਿਓ ਦਾ ਮੁੰਡੇ ਵਾਲਾ ਦੋਨੋਂ ਕ੍ਰੋਮੋਸੋਮ ਮਿਲ ਜਾਣ ਤੇ ਫਿਰ ਮੁੰਡਾ ਜਨਮ ਲੈਂਦਾ, ਤੇ ਜੇ ਮਾਂ ਦਾ ਮੁੰਡੇ ਵਾਲਾ ਤੇ ਪਿਓ ਦਾ ਕੁੜੀ ਵਾਲਾ ਮਿਕਸ ਹੋਣ ਤੇ ਫਿਰ ਕੁੜੀ ਜਨਮ ਲੈਂਦੀ ਹੈ। ਸੋ ਇਹ ਸਾਇੰਸ ਨੇ ਜਿਹੜਾ ਇਹ ਡਿਟਰਮਿਨ ਕੀਤਾ। ਸੋ ਐਕਚੁਅਲੀ ਜੇ ਕੋਈ ਇਹ ਗੱਲ ਕਵੇ ਕਿ ਸਾਡੀ ਨੂੰਹ ਮਾੜੀ ਹੈ ਕਿ ਉਹਨੇ ਕੁੜੀ ਜੰਮੀ, ਤੇ ਇਹ ਗੱਲ ਬਿਲਕੁਲ ਗਲਤ ਹੈ। ਜੇ ਕੋਸਣ ਹੈ ਤੇ ਆਪਣੇ ਮੁੰਡੇ ਨੂੰ ਕੋਸੋ, ਜਦ ਕਿ ਕੋਸਣਾ ਕਿਸੇ ਨੂੰ ਵੀ ਨਹੀਂ ਚਾਹੀਦਾ, ਕਿਉਂਕਿ ਜਿਹੜਾ ਵੀ ਜੀਵ ਆ ਰਿਹਾ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਆ ਰਿਹਾ, ਉਸ ਦੇ ਹੁਕਮ ਨੂੰ ਸਮਝੋ ਤੇ ਉਸ ਦੇ ਹੁਕਮ ਨੂੰ ਮੰਨੋ। ਕਿਸੇ ਨੂੰ ਵੀ ਦੋਸ਼ ਦੇਣ ਨਾਲ ਕੁਝ ਨਹੀਂ ਹੋਣਾ। ਤੇ ਗੁਰਬਾਣੀ ਦੇ ਵਿੱਚ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਨੇ ਬਹੁਤ ਸਮੇਂ ਪਹਿਲਾਂ ਲਿਖਿਆ ਹੋਇਆ ਕਿ ਨਾਰੀ ਤੇਜੋ ਪੁਰਖ ਕਰਾਵੇ, ਪੁਰਖਨ ਤੇਜੋ ਨਾਰੀ। ਮਤਲਬ ਕਿ ਜਿਹੜੀ ਨਾਰੀ ਹੈ ਉਹ ਪੁਰਖ ਨੂੰ ਜੰਮਦੀ ਹੈ, ਮਤਲਬ ਜਿਹੜੀ ਔਰਤ ਹੈ ਉਹ ਇੱਕ ਮੁੰਡੇ ਨੂੰ ਵੀ ਜਨਮ ਦਿੰਦੀ ਹੈ, ਤੇ ਪੁਰਖ ਤੇ ਨਾਰੀ ਤੇ ਜਿਹੜਾ ਬੰਦਾ ਹੈ ਉਹਦੇ ਬਿੰਦ ਤੋਂ, ਉਹਦੇ ਕ੍ਰੋਮੋਸੋਮ ਤੋਂ ਕੁੜੀ ਵੀ ਜੰਮਦੀ ਹੈ। ਸੋ ਤੁਸੀਂ ਦੇਖੋ ਕਿ ਗੁਰੂ ਪਾਤਸ਼ਾਹ ਨੇ ਕਿੰਨੇ ਸਮੇਂ ਪਹਿਲਾਂ ਇਹ ਗੱਲ ਸਿੱਧ ਕਰ ਦਿੱਤੀ ਕਿ ਔਰਤ ਤੋਂ ਬੰਦਾ ਮੁੰਡਾ ਤੇ ਬੰਦੇ ਤੋਂ ਜਿਹੜੀ ਹੈ ਔਰਤ ਕੁੜੀ ਜਿਹੜੀ ਹੈ ਉਹ ਜਨਮ ਲੈਂਦੀ ਹੈ। ਤੇ ਕਹਿੰਦੇ ਕਿ ਉਹ ਜਦੋਂ ਨਾਰੀ ਤੇ ਪੁਰਖ ਜੰਮ ਰਿਹਾ ਤੇ ਪੁਰਖ ਤੇ ਜੋ ਨਾਰੀ ਜੰਮ ਰਹੀ ਹੈ, ਤੇ ਫਿਰ ਕਿਸੇ ਨੂੰ ਵੀ ਚੰਗਾ ਮਾੜਾ ਕਿਉਂ ਕਹਿਣਾ ਹੈ? ਕਿਉਂਕਿ ਹੁਣ ਤਾਂ ਸਾਡੇ ਕੋਲ ਗੁਰਬਾਣੀ ਵੀ ਹੈ, ਵਿਗਿਆਨ ਵੀ ਹੈ, ਤੇ ਆਪਾਂ ਉਸ ਦੇ ਹੁਕਮ ਨੂੰ ਮੰਨੀਏ। ਤੇ ਜਿਹੜਾ ਵੀ ਜੀਵ ਸਾਡੇ ਘਰ ਦੇ ਵਿੱਚ ਆ ਰਿਹਾ ਹੈ ਆਪਾਂ ਉਸ ਨੂੰ ਆਪਣੀਆਂ ਖੁੱਲੀਆਂ ਬਾਹਾਂ ਦੇ ਨਾਲ ਉਸ ਦਾ ਨਿੱਘਾ ਸਵਾਗਤ ਕਰੀਏ ਆਪਣੇ ਘਰ ਦੇ ਵਿੱਚ, ਤੇ ਉਸ ਜੀਵ ਨੂੰ ਵੀ ਗੁਰਬਾਣੀ ਦੇ ਨਾਲ ਹੀ ਜੋੜ ਕੇ ਗੁਰੂ ਦੇ ਦੱਸੇ ਰਸਤੇ ਤੇ ਚੱਲਣਾ ਸਿਖਾਈਏ, ਤਾਂ ਕਿ ਉਹ ਵੀ ਅੱਗੇ ਜਾ ਕੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਸਿੱਖ ਸਕੇ। ਜੀ ਹੁਣ ਆਪਾਂ ਅੱਗੇ ਗੱਲ ਕਰਾਂਗੇ ਜੀ ਕਿ ਕੀ ਔਰਤ ਜਿਹੜੀ ਹੈ ਉਹ ਅਪਵਿੱਤਰ ਹੋ ਜਾਂਦੀ ਹੈ ਮਾਹਵਾਰੀ ਦੇ ਦੌਰਾਨ। ਮਾਹਵਾਰੀ ਮਤਲਬ ਮੈਂਸਸ ਜਾਂ ਪੀਰੀਅਡਸ, ਵੱਖਰੇ ਵੱਖਰੇ ਨਾਮਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ। ਸੋ ਮੈਂ ਐਕਚੁਅਲੀ 1 ਸੈਕਿੰਡ ਵਾਸਤੇ ਆਪਣੀ ਸਕਰੀਨ ਸ਼ੇਅਰ ਕਰਨੀ ਬੰਦ ਕਰਾਂਗੀ ਤੇ ਮੈਂ ਇੱਕ ਪੋਲ ਪਾਉਣ ਲੱਗੀ ਹਾਂ। ਸੋ ਜੇ ਤੁਸੀਂ ਉਹਨੂੰ ਪਲੀਜ਼ ਪੋਲ ਨੂੰ ਆਨਸਰ ਕਰ ਸਕੋ। ਸੋ ਕੁਐਸਚਨ ਹੈ ਜੀ ਕਿ ਕੀ ਤੁਸੀਂ ਵੀ ਹੈਵ ਯੂ ਐਵਰ ਬੀਨ ਟੋਲਡ ਨਾਟ ਟੂ ਗੋ ਟੂ ਗੁਰਦੁਆਰਾ ਜਾਂ ਸੇਵਾ ਨਹੀਂ ਕਰਨੀ ਕਿਉਂਕਿ ਤੁਸੀਂ ਆਪਣੇ ਪੀਰੀਅਡਸ ਤੇ ਹੋ? ਕਿ ਸਾਡੇ ਕੋਲ 3 ਪਾਰਟਿਸਿਪੈਂਟਸ ਨੇ, ਤੇ ਆਪਾਂ ਜੇ ਤੀਜੇ ਪਾਰਟਿਸਿਪੈਂਟ ਤੇ ਵੀ ਆਪਾਂ 1 ਮਿੰਟ ਦਿੰਨੇ ਆ, ਜੋ ਵੀ ਵੇਟ ਕਰ ਸਕਦੇ ਨੇ, ਬਿਕੋਜ਼ ਆਈ ਥਿੰਕ ਸਾਡੇ ਇੱਕ ਪਾਰਟਿਸਿਪੈਂਟ ਨੂੰ ਕੁਝ ਟੈਕਨੀਕਲ ਇਸ਼ੂਜ਼ ਵੀ ਹੋ ਰਹੇ ਨੇ। ਸੋ ਆਈ ਡੋਂਟ ਥਿੰਕ ਉਹ ਕਰ ਪਾ ਰਹੇ ਨੇ ਵੋਟ। ਸੋ 50-50 ਆਪਾਂ ਦੇਖ ਰਹੇ ਹਾਂ ਕਿ ਕਈਆਂ ਨੇ ਸੁਣਿਆ ਤੇ ਕਈਆਂ ਨੇ ਨਹੀਂ ਸੁਣਿਆ। ਸੋ ਆਪਾਂ ਵਾਪਸ ਜਾਂਦੇ ਹਾਂ ਜੀ। ਆਈ ਵਿਲ ਜਸਟ ਸ਼ੇਅਰ ਦ ਰਿਜ਼ਲਟਸ। Okay, so ਉਹਨਾਂ ਨੇ ਚੈਟ ਦੇ ਵਿੱਚ ਟਾਈਪ ਕੀਤਾ ਹੈ not ਗੁਰਦੁਆਰਾ but in ਮੰਦਿਰ I have listened to this. So same thing ਹੈ ਨਾ, ਮੰਦਿਰ ਹੋਵੇ ਜਾਂ ਗੁਰਦੁਆਰਾ ਹੋਵੇ, ਕਿ ਧਰਮ ਸਥਾਨ ਤੇ ਜਾਣ ਵਾਸਤੇ ਉਹਨਾਂ ਨੂੰ ਮਨਾਹੀ ਕੀਤੀ ਜਾਂਦੀ ਹੈ ਕਿ ਤੁਸੀਂ ਨਹੀਂ ਜਾ ਸਕਦੇ। ਸ਼ੇਅਰ ਦ ਰਿਜ਼ਲਟਸ ਜੇ ਕਿਸੇ ਨੇ ਦੇਖਣੇ ਹੋਣ ਤਾਂ। ਸੋ ਆਪਾਂ ਵਾਪਸ ਜਾਂਦੇ ਹਾਂ ਜੀ ਆਪਣੀ ਸਕਰੀਨ ਤੇ ਪ੍ਰੈਜੈਂਟੇਸ਼ਨ ਦੇ ਵਿੱਚ। ਸੋ ਤੁਸੀਂ ਦੇਖੋ ਕਿ ਕੋਈ ਵੀ ਧਰਮ ਸਥਾਨ ਹੈ ਜਿੱਥੇ, ਉੱਥੇ ਇਹ ਗੱਲ ਬਹੁਤ ਕਾਮਨ ਹੈ ਕਿ
ਨਹੀਂ ਜੀ, ਇਹ ਤੁਸੀਂ ਨਹੀਂ ਕਰ ਅੰਦਰ ਨਹੀਂ ਜਾ ਸਕਦੇ ਕਿਉਂਕਿ ਤੁਹਾਡੇ ਪੀਰੀਅਡਸ ਚੱਲ ਰਹੇ ਨੇ, ਤੁਸੀਂ ਮੈਂਸਸ ਤੇ ਹੋ, ਕਿਉਂਕਿ ਹੁਣ ਜੋ ਕਿਉਂਕਿ ਤੁਸੀਂ ਮੈਂਸਸ ਤੇ ਹੋ, ਤੁਹਾਡੇ ਪੀਰੀਅਡਸ ਹੋ ਰਹੇ ਨੇ ਤੇ ਤੁਸੀਂ ਅਪਵਿੱਤਰ ਹੋ, ਤੁਸੀਂ ਇੰਪਿਓਰ ਹੋ, ਤੇ ਇਸ ਕਰਕੇ ਤੁਸੀਂ ਇੱਕ ਇੰਨੀ ਪਵਿੱਤਰ ਸਥਾਨ, ਧਾਰਮਿਕ ਸਥਾਨ ਤੇ ਜਾ ਨਹੀਂ ਸਕਦੇ। ਫਿਰ ਉਹ ਭਾਵੇਂ ਗੁਰਦੁਆਰਾ ਹੋਵੇ ਜਾਂ ਫਿਰ ਉਹ ਮੰਦਿਰ ਹੋਵੇ ਜਾਂ ਮਸਜਿਦ ਹੋਵੇ ਜਾਂ ਕੋਈ ਵੀ ਹੋਰ ਹੋਵੇ। ਪਰ ਇਸ ਪ੍ਰੈਜੈਂਟੇਸ਼ਨ ਵਾਸਤੇ ਆਪਾਂ ਗੱਲ ਗੁਰਦੁਆਰੇ ਦੀ ਕਰ ਰਹੇ ਹਾਂ, ਜਸਟ ਬਿਕੋਜ਼ ਆਪਾਂ ਰੈਫਰੈਂਸਸ ਜਿਹੜੇ ਨੇ ਉਹ ਗੁਰਬਾਣੀ ਤੋਂ ਲੈ ਰਹੇ ਹਾਂ। ਸੋ ਮੈਂ ਵੀ ਆਮ ਸੁਣਿਆ ਹੈ, ਸਪੈਸ਼ਲੀ ਪਿੰਡਾਂ ਦੇ ਵਿੱਚ ਇਹ ਗੱਲ ਬਹੁਤ ਕਾਮਨ ਹੈ ਕਿ ਉੱਥੇ ਈਵਨ ਘਰ ਤੋਂ ਹੀ, ਜੇ ਗੁਰਦੁਆਰੇ ਤਾਂ ਚਲੋ ਇਹ ਵੀ ਕਹਿ ਲਓ ਕਿ ਕਿਸੇ ਨੂੰ ਕੀ ਪਤਾ ਲੱਗਣਾ ਕਿਉਂਕਿ ਉਹ ਤੁਹਾਡੀ ਆਪਣੇ, ਪਰ ਘਰ ਦੇ ਵਿੱਚੋਂ ਹੀ ਇਹ ਚੀਜ਼ ਸ਼ੁਰੂ ਹੋ ਜਾਂਦੀ ਹੈ ਕਿ ਮਾਂ-ਬਾਪ ਜਾਂ ਬਜ਼ੁਰਗ ਜਿਹੜੇ ਨੇ, ਦਾਦਾ ਦਾਦੀ, ਨਾਨਾ ਨਾਨੀ, ਉਹੀ ਕਹਿਣ ਲੱਗ ਪੈਂਦੇ ਸੀ ਕਿ ਨਹੀਂ ਤੂੰ ਗੁਰਦੁਆਰੇ ਨਹੀਂ ਜਾ ਸਕਦੀ ਹੈਗੀ ਕਿਉਂਕਿ ਤੇਰੇ ਪੀਰੀਅਡ ਚੱਲ ਰਹੇ ਨੇ, ਤੂੰ ਘਰੇ ਰਹਿ ਕੇ ਪਾਠ ਕਰ ਲੈ, ਜਾਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਹੀਂ ਕਰ ਸਕਦੀ, ਚੌਰ ਨਹੀਂ ਕਰ ਸਕਦੀ, ਪ੍ਰਕਾਸ਼ ਨਹੀਂ ਕਰ ਸਕਦੇ, ਤੁਸੀਂ ਸੁਖ ਆਸਨ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਅਪਵਿੱਤਰ ਹੋ ਤੇ ਤੁਸੀਂ ਇੰਨੀ ਸੁੱਚੀ ਜਗ੍ਹਾ ਤੇ ਜਾਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਪਾਂ ਔਰਤਾਂ ਨੇ ਆਪਣੇ ਵਾਸਤੇ ਤਾਂ ਪੀਰੀਅਡਸ ਨਹੀਂ ਚੁਣੇ ਨਾ, ਇਹ ਤਾਂ ਪਰਮਾਤਮਾ ਨੇ ਦਾਤ ਦਿੱਤੀ ਹੈ। ਤੇ ਜਿਹੜੀ ਵੀ ਕੋਈ ਦਾਤ, ਜਿਹੜੀ ਹੈ ਕੋਈ ਬਖਸ਼ਿਸ਼ ਪਰਮਾਤਮਾ ਕਰ ਰਿਹਾ ਹੈ, ਉਹ ਮਾੜੀ ਕਿੱਦਾਂ ਹੋ ਸਕਦੀ ਹੈ? ਇਹ ਗੱਲ ਨੂੰ ਸੋਚ ਕੇ ਦੇਖੋ ਜ਼ਰਾ, ਕਿਉਂਕਿ ਜੋ ਵੀ ਉਹ ਪਰਮਾਤਮਾ ਕਰਦਾ ਉਹ ਹਮੇਸ਼ਾ ਵਧੀਆ ਕਰਦਾ, ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ। ਸੋ ਜੇ ਪੀਰੀਅਡਸ, ਮੈਂਸਸ ਜਿਹੜੇ ਨੇ ਉਹ ਪਰਮਾਤਮਾ ਨੇ ਬਣਾਏ ਨੇ ਤੇ ਫਿਰ ਉਹ ਵੀ ਮਾੜੇ ਨਹੀਂ ਹੋ ਸਕਦੇ, ਤੇ ਜੇ ਉਹ ਮਾੜੇ ਨਹੀਂ ਹੈਗੇ ਫਿਰ ਉਹ ਸਾਨੂੰ ਅਪਵਿੱਤਰ ਵੀ ਨਹੀਂ ਕਰ ਸਕਦੇ। ਸੋ ਜਿਹੜੇ ਪੀਰੀਅਡਸ ਨੇ ਉਹ ਆਪਾਂ ਸਾਰੇ ਇੱਥੇ ਜਿਹੜੇ ਹੈਗੇ ਆ ਅੱਜ ਸੈਸ਼ਨ ਦੇ ਵਿੱਚ ਆਪਾਂ ਇਹ ਗੱਲ ਨੂੰ ਸਮਝਨੇ ਆ ਕਿ ਪੀਰੀਅਡਸ ਜਿਹੜੇ ਨੇ that is part of the human life cycle। ਜੇ ਔਰਤ ਨੂੰ ਪੀਰੀਅਡਸ ਆਉਂਦੇ ਨੇ ਤੇ ਉਹ ਇੱਕ ਸਟਾਰਟਿੰਗ ਪੁਆਇੰਟ ਹੈ ਕਿ ਅੱਗੇ ਜਾ ਕੇ ਉਸਨੇ ਬੱਚੇ ਨੂੰ ਜਨਮ ਦੇਣਾ ਹੈ, ਜੇ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਾਂ। ਸੋ ਉਹ ਜਿਹੜੀ ਜੀਵਨ ਦੀ ਸਾਈਕਲ ਹੈ ਜਿੱਥੋਂ ਸਟਾਰਟ ਹੋ ਰਹੀ ਹੈ, ਉਹ ਚੀਜ਼ ਅਪਵਿੱਤਰ ਕਿੱਦਾਂ ਹੈ? ਕਿਉਂਕਿ ਜੀਵਨ ਦੀ ਸਾਈਕਲ ਤਾਂ ਪਰਮਾਤਮਾ ਚਲਾ ਰਿਹਾ ਨਾ। ਤੇ ਜੇ ਚਲੋ ਇਹ ਵੀ ਮੰਨ ਲਓ ਕਿ ਹਾਂ ਔਰਤ ਪਵਿੱਤਰ ਹੈ ਕਿਉਂਕਿ ਉਹ ਪੀਰੀਅਡਸ ਤੇ ਹੈ, ਤੇ ਫਿਰ ਜਿੰਨੇ ਵੀ ਜੀਵ ਇਸ ਦੁਨੀਆ ਦੇ ਵਿੱਚ ਜਨਮ ਲੈ ਰਹੇ ਨੇ ਉਹ ਉਸੇ ਔਰਤ ਤੋਂ ਤੇ ਉਸੇ ਲਾਈਫ ਸਾਈਕਲ, ਉਸ ਮੁੱਢ ਤੋਂ ਨਿਕਲਦੇ ਨੇ, ਤੇ ਫਿਰ ਤਾਂ ਸਾਰੇ ਜੀਵ ਹੀ ਅਪਵਿੱਤਰ ਹੋਏ ਨਾ, ਕਿਉਂਕਿ ਸਾਰੇ ਜੰਮ ਤਾਂ ਉੱਥੋਂ ਹੀ ਰਹੇ ਨੇ। ਸੋ ਜੇ ਔਰਤ ਅਪਵਿੱਤਰ ਹੈ ਫਿਰ ਸਾਰੇ ਜੀਵ ਵੀ ਅਪਵਿੱਤਰ ਨੇ। ਸੋ ਇਹ ਤਾਂ ਕਿਸੇ ਨੇ ਮੰਨਣਾ ਨਹੀਂ ਕਿ ਸਾਰੇ ਜੀਵ ਅਪਵਿੱਤਰ ਨੇ। ਸੋ ਇਸ ਕਰਕੇ ਸੌਖਾ ਹੈ ਤਾਂ ਔਰਤ ਤੇ ਮੜ ਦਿੰਦੇ ਨੇ ਕਿ ਹਾਂ ਇਹ ਸਿਰਫ ਉਸ ਟਾਈਮ ਤੇ ਅਪਵਿੱਤਰ ਹੈ ਤੇ ਇਹਨੂੰ ਧਾਰਮਿਕ ਸਥਾਨਾਂ ਤੇ ਜਾਣਾ ਨਹੀਂ ਚਾਹੀਦਾ। ਪਰ ਇਹ ਗੱਲ ਜਿਹੜੀ ਹੈ ਬਿਲਕੁਲ ਗਲਤ ਹੈ। ਗੁਰਬਾਣੀ ਤਾਂ ਔਰਤ ਨੂੰ ਅਪਵਿੱਤਰ ਕਹਿੰਦੀ ਹੀ ਨਹੀਂ ਸਿਰਫ ਇਸ ਕਰਕੇ ਕਿ ਉਹ ਪੀਰੀਅਡਸ ਤੇ ਆ। ਗੁਰਬਾਣੀ ਦੇ ਵਿੱਚ ਤਾਂ ਲਿਖਿਆ ਹੈ, ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਕਿ ਸਿਰਫ ਨਹਾਣ ਨਾਲ, ਇਸ਼ਨਾਨ ਕਰ ਲੈਣ, ਕੋਈ ਇਸ਼ਨਾਨ ਕਰ ਲੈਣ ਨਾਲ ਕੋਈ ਸੁੱਚਾ ਜਾਂ ਪਿਓਰ ਜਾਂ ਪਵਿੱਤਰ ਨਹੀਂ ਹੋ ਜਾਂਦਾ। ਸੁੱਚਾ ਉਹ ਹੈ ਜਿਹੜੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਵਸਦਾ ਹੈ। ਤੇ ਜੇ ਪੀਰੀਅਡਸ ਦੇ ਟਾਈਮ ਤੇ ਔਰਤ ਨੇ ਗੁਰਦੁਆਰੇ ਜਾ ਕੇ ਜਾਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਉਸਨੇ ਪਰਮਾਤਮਾ ਦਾ ਹੀ ਨਾਮ ਜਪਣਾ ਤੇ ਉਹ ਤੇ ਪਵਿੱਤਰ ਹੋ ਗਈ ਨਾ। ਫਿਰ ਕਿੱਦਾਂ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਉਹ ਅਪਵਿੱਤਰ ਹੈ ਕਿਉਂਕਿ ਉਹਦੇ ਪੀਰੀਅਡਸ ਚੱਲ ਰਹੇ ਨੇ? ਸੋ ਇਹ ਗੱਲ ਤਾਂ ਬਿਲਕੁਲ ਹੀ ਗੁਰਬਾਣੀ ਤੇ ਜੇ ਆਪਾਂ ਆਧਾਰ ਤੇ ਦੇਖੀਏ ਤਾਂ ਇਹ ਖੰਡਿਤ ਹੋ ਗਈ। ਹੁਣ ਕਈ ਕਹਿਣਗੇ ਕਿ ਨਹੀਂ ਕਿ ਜੀ ਇਹ ਅਪਵਿੱਤਰ ਹੈ ਇਸ ਕਰਕੇ ਇਹਨੂੰ ਗੁਰਦੁਆਰੇ ਨਹੀਂ ਜਾਣਾ ਚਾਹੀਦਾ, ਸਿਰਫ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਉਹੀ ਪਵਿੱਤਰ ਹੈ। ਬਿਲਕੁਲ ਸਹੀ ਗੱਲ ਹੈ ਜੀ। ਤੇ ਕੀ ਔਰਤ ਜਿਹੜੀ ਹੈ ਉਹ ਪਰਮਾਤਮਾ ਦਾ ਨਾਮ ਨਹੀਂ ਜਪਦੀ ਜਦੋਂ ਪੀਰੀਅਡਸ ਦੇ ਵਿੱਚ ਹੈ? ਐਜ਼ ਅ ਫੀਮੇਲ ਮਾਈਸੈਲਫ, ਐਜ਼ ਅ ਵੂਮਨ ਮਾਈਸੈਲਫ, ਮੈਨੂੰ ਲੱਗਦਾ ਜਦੋਂ ਪੀਰੀਅਡਸ ਤੋਂ ਆਪਾਂ ਗੁਜ਼ਰ ਰਹੇ ਹੁੰਨੇ ਆ ਤੇ ਜਿੰਨਾ ਕੁ ਉਸ ਸਮੇਂ ਦਰਦ ਹੋ ਰਿਹਾ ਹੁੰਦਾ ਆਪਾਂ ਵਾਹਿਗੁਰੂ ਨੂੰ ਜ਼ਿਆਦਾ ਯਾਦ ਕਰਦੇ ਹੋਵਾਂਗੇ, ਘੱਟ ਨਹੀਂ। ਪਰ ਜੇ ਕਿਸੇ ਦੀ ਨੀਅਤ ਜਿਹੜੀ ਹੈ ਉਹ ਸਾਫ਼ ਹੈ, ਜੇ ਕਿਸੇ ਦੀ ਸੋਚ ਸਾਫ਼ ਹੈ ਤੇ ਜੇ ਉਹ ਪਰਮਾਤਮਾ ਦਾ ਨਾਮ ਜਪ ਰਿਹਾ ਤਾਂ ਉਹ ਤਾਂ ਵੈਸੇ ਹੀ ਪਵਿੱਤਰ ਹੋ ਗਿਆ ਨਾ। ਤੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਹੁਣ ਜੇ ਉਹਨਾਂ ਲੋਕਾਂ ਦੀ ਵੀ ਗੱਲ ਮੰਨ ਲਵੋ ਜਿੱਦਾਂ ਮੈਂ ਕਿਹਾ ਕਿ ਹਾਂ ਔਰਤ ਪਵਿੱਤਰ ਹੈ, ਪਰ ਜਦੋਂ ਉਹਨੇ ਹਰੀ ਦਾ ਨਾਮ ਲਿੱਤਾ, ਉਹਨੇ ਪਰਮਾਤਮਾ ਦਾ ਨਾਮ ਲਿੱਤਾ ਤੇ ਉਹ ਤਾਂ ਪਵਿੱਤਰ ਹੋ ਗਈ। ਤੇ ਫਿਰ ਅਪਵਿੱਤਰਤਾ ਕਿੱਥੇ ਰਹਿ ਗਈ ਪੀਰੀਅਡਸ ਵਾਲੀ? ਤੇ ਕਿਹੜੇ ਬੇਸਿਸ ਤੇ ਉਹਨੂੰ ਆਪਾਂ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਅੰਦਰ ਜਾਣ ਤੋਂ ਆਪਾਂ ਰੋਕ ਸਕਦੇ? ਠੀਕ ਹੈ ਨਾ ਜੀ। ਹੁਣ ਆਪਾਂ ਅੱਗੇ ਗੱਲ ਕਰਨੇ ਆ ਜੀ ਕਿ ਕੀ ਔਰਤ ਤੇ ਮਰਦ ਜਿਹੜੇ ਨੇ ਉਹ ਬਰਾਬਰ ਨੇ? ਬਹੁਤ ਕਾਮਨ ਕੁਐਸਚਨ ਹੈ ਐਂਡ ਆਈ ਥਿੰਕ ਬਹੁਤ ਹੀ ਜ਼ਿਆਦਾ ਹੌਟ ਟੌਪਿਕ ਹੈ। ਫੈਮਿਨਿਜ਼ਮ ਲੈ ਲਓ, ਘਰ ਦੇ ਵਿੱਚ ਲੈ ਲਓ, ਆਪਣੀਆਂ ਧੀਆਂ ਨੂੰ ਸਿਖਾਉਣ ਦੇ ਵਿੱਚ ਲੈ ਲਓ, ਹਰ ਇੱਕ ਦਾ ਜ਼ੋਰ ਪੂਰੀ ਤਰ੍ਹਾਂ ਲੱਗਿਆ ਹੋਇਆ ਇਸ ਚੀਜ਼ ਤੇ ਕਿ ਔਰਤ ਤੇ ਮਰਦ ਬਰਾਬਰ ਨੇ, ਔਰਤ ਤੇ ਮਰਦ ਬਰਾਬਰ ਨੇ, ਇਹਨਾਂ ਨੂੰ ਬਰਾਬਰ ਦੇ ਹੱਕ ਦਿਓ।
ਹੁਣ ਆਪਾਂ ਦੇਖਣਾ ਹੈ ਕਿ ਗੁਰਬਾਣੀ ਤੇ ਜਿਹੜੀ ਜੀਵਨ ਦੀ ਲਾਈਫ ਸਾਈਕਲ ਹੈ ਜਾਂ ਜੀਵਨ ਦੀ ਜਿਹੜੀ ਲਾਈਫ ਸਪੈਨ ਕਹਿ ਲਓ, ਉਹਦੇ ਵਿੱਚ ਆਪਾਂ ਇਸ ਚੀਜ਼ ਨੂੰ ਉਸ ਚੀਜ਼ ਦੇ ਰਿਫਲੈਕਸ਼ਨ ਤੋਂ, ਉਸ ਚੀਜ਼ ਦੀ ਅੰਡਰਸਟੈਂਡਿੰਗ ਨਾਲ ਆਪਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ। ਸੋ 1 ਮਿੰਟ ਵਾਸਤੇ ਫੈਮਿਨਿਜ਼ਮ ਵਾਲੀ ਸੋਚ ਆਪਾਂ ਵੱਖ ਰੱਖ ਦਿੰਦੇ ਹਾਂ ਤੇ ਆਪਾਂ ਟੂ ਬੀ ਓਨੈਸਟ ਇਸ ਪ੍ਰੈਜੈਂਟੇਸ਼ਨ ਵਾਸਤੇ, ਆਪਾਂ ਇਸ ਸੈਸ਼ਨ ਵਾਸਤੇ ਆਪਾਂ ਫੈਮਿਨਿਜ਼ਮ ਤੇ ਗੱਲ ਵੀ ਨਹੀਂ ਕਰਨੀ। ਆਪਾਂ ਬਸ ਬੇਸਿਕ ਮੁੱਦੇ ਤੇ ਰਹਿਣਾ ਕਿ ਕੀ ਔਰਤ ਤੇ ਮਰਦ ਬਰਾਬਰ, ਔਰਤ ਤੇ ਮਰਦ ਵੱਖ ਨੇ, ਠੀਕ ਹੈ ਜੀ। ਪਰਮਾਤਮਾ ਨੇ ਉਹਨਾਂ ਨੂੰ ਵੱਖ ਬਣਾਇਆ ਹੈ। ਤੇ ਆਪਾਂ ਹੁਣੇ ਕੁਝ ਚਿਰ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਵਿਗਿਆਨ ਦੀ, ਆਪਾਂ ਇਹ ਡਿਸਕਸ ਵੀ ਕੀਤਾ ਹੈ ਕਿ ਔਰਤ ਤੇ ਮਰਦ ਵੱਖ ਨੇ। ਹੁਣ ਉਹ ਕ੍ਰੋਮੋਜ਼ੋਮਲ ਡਿਫਰੈਂਸਸ ਹੋਣ ਕਿ ਔਰਤ ਕਿਹਨੂੰ ਜੰਮਦੀ ਹੈ, ਬੰਦਾ ਕਿਹਨੂੰ ਜੰਮਦਾ ਹੈ, ਜਾਂ ਹਾਰਮੋਨਲ ਡਿਫਰੈਂਸਸ ਹੋਣ ਜਿਹਦੇ ਨਾਲ ਕਿ ਔਰਤ ਨੂੰ ਮੈਂਸਸ ਆਉਂਦੇ ਨੇ, ਪੀਰੀਅਡਸ ਆਉਂਦੇ ਨੇ ਤੇ ਬੰਦੇ ਨੂੰ ਨਹੀਂ ਆਉਂਦੇ। ਕੋਈ ਉਹਨਾਂ ਦੀ ਫਿਜ਼ੀਕਲ ਬਿਲਡ ਦੇ ਵਿੱਚ ਹੋਵੇ ਜਾਂ ਉਹਨਾਂ ਦੀ ਦਿੱਖ ਦੇ ਵਿੱਚ ਹੋਵੇ। ਔਰਤ ਦੇ ਮੂੰਹ ਤੇ ਫੇਸ਼ੀਅਲ ਹੇਅਰ ਇੰਨੇ ਨਹੀਂ ਹੁੰਦੇ ਜਿੰਨੇ ਮਰਦ ਦੇ ਮੂੰਹ ਤੇ ਹੁੰਦੇ ਨੇ। ਸੋ ਜਿਹੜੇ ਬੇਸਿਕ ਡਿਫਰੈਂਸਸ ਪਰਮਾਤਮਾ ਨੇ ਬਣਾ ਕੇ ਭੇਜੇ ਨੇ ਔਰਤ ਤੇ ਮਰਦ ਦੇ ਵਿੱਚ, ਆਪਾਂ ਉਹਨਾਂ ਨੂੰ ਨਕਾਰ ਨਹੀਂ ਸਕਦੇ ਨਾ। ਆਪਾਂ ਉਸ ਨੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਉਸ ਨੂੰ ਮੰਨਣਾ ਹੈ ਤੇ ਇਹ ਐਕਸੈਪਟ ਕਰਨਾ ਹੈ ਕਿ ਔਰਤ ਤੇ ਮਰਦ ਵੱਖ ਨੇ, ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਇਦਾਂ ਹੀ ਵੱਖ ਬਣਾਇਆ ਹੈ। ਹੁਣ ਇਹ ਤਾਂ ਗੱਲ ਹੋ ਗਈ ਜੀ ਨੇਚਰ ਦੀ ਕਿ ਕੁਦਰਤ ਨੇ ਕਿਦਾਂ ਬਣਾਇਆ। ਹੁਣ ਜੇ ਆਪਾਂ ਗੱਲ ਕਰੀਏ ਨਰਚਰ ਦੀ, ਨਰਚਰ ਮਤਲਬ ਕਿ ਸਾਡੇ ਆਲੇ ਦੁਆਲੇ ਜਿਹੜਾ এনवायरमेंट ਹੈ ਉਹਦੇ ਵਿੱਚ ਜੇ ਆਪਾਂ ਦੇਖੀਏ ਕਿ ਇਹ ਕਿੱਦਾਂ ਹੋ ਸਕਦਾ ਹੈ ਜਾਂ ਕਿੱਦਾਂ ਹੋ ਰਿਹਾ ਹੈ, ਤੇ এনवायरमेंट ਜਿਹੜਾ ਉਹ ਮਰਦ ਤੇ ਔਰਤ ਵਾਸਤੇ ਬਰਾਬਰ ਹੈ। ਕਿਉਂਕਿ ਜੇ ਇੱਕ ਘਰ ਦੇ ਵਿੱਚ ਆਪਾਂ ਐਗਜ਼ਾਮਪਲ ਲਈਏ ਤੇ ਬੱਚਾ ਜਿਹੜਾ ਇੱਕ ਮੁੰਡਾ ਹੈ ਇੱਕ ਕੁੜੀ ਆ, ਉਹਨਾਂ ਦੋਵਾਂ ਨੂੰ ਸੇਮ ਤਰ੍ਹਾਂ ਦਾ ਪਾਲਣ ਪੋਸ਼ਣ ਮਿਲ ਰਿਹਾ, ਉਹਨਾਂ ਦਾ এনवायरमेंट ਜਿਹੜਾ ਉਹ ਬਿਲਕੁਲ ਸੇਮ ਹੈ। ਸੋ ਜਿਹੜੇ ਦੁਨਿਆਵੀ ਕੰਮਕਾਰ ਨੇ ਉਹ ਆਪਾਂ ਕੁੜੀਆਂ ਨੂੰ ਵੀ ਉਨੇ ਹੀ ਸਿਖਾ ਸਕਨੇ ਆ ਤੇ ਮੁੰਡਿਆਂ ਨੂੰ ਵੀ ਉਨੇ ਹੀ ਸਿਖਾ ਸਕਨੇ ਆ। ਸੋ ਉੱਥੇ ਕੋਈ ਫਰਕ ਨਹੀਂ ਤੇ ਉੱਥੇ ਕੋਈ ਕੰਮ ਕਰਨ ਨਾਲ ਉੱਚਾ ਜਾਂ ਨੀਵਾਂ ਨਹੀਂ ਹੋ ਜਾਂਦਾ। ਸੋ ਜੇ ਬੰਦੇ ਨੇ, ਜੇ ਉਹ ਜਾ ਕੇ ਕੋਈ ਫਿਜ਼ੀਕਲ ਜੌਬ ਕਰ ਰਹੇ ਨੇ ਬਾਹਰ, ਮਿਲਟਰੀ ਕਹਿ ਲਓ, ਫੋਰਸ ਕਹਿ ਲਓ, ਪੁਲਿਸ ਕਹਿ ਲਓ, ਕਿ ਫਿਜ਼ੀਕਲ ਜੌਬ ਨੇ ਤੇ ਉਹ ਔਰਤਾਂ ਵੀ ਕਰ ਰਹੀਆਂ। ਤੇ ਜੇ ਔਰਤਾਂ ਨੇ ਉਹ ਕੋਈ ਡੈਸਕ ਜੌਬ ਕਰ ਰਹੀਆਂ ਨੇ ਜਾਂ ਐਜ਼ ਅ ਟੀਚਰ ਨੇ ਜਾਂ ਐਜ਼ ਅ ਨਰਸ ਨੇ, ਤੇ ਉਹ ਮਰਦ ਵੀ ਉਹ ਜੌਬਸ ਕਰ ਰਹੇ ਨੇ। ਸੋ ਉਹ এনवायरमेंट ਦੀ ਗੱਲ ਹੈ। ਉੱਥੇ ਕੋਈ ਇੱਕ ਕਿਸੇ ਤੋਂ ਉੱਚਾ ਜਾਂ ਨੀਵਾਂ ਨਹੀਂ ਹੈਗਾ, ਉੱਥੇ ਉਹ ਸਾਰੇ ਬਰਾਬਰ ਨੇ। ਕਿਉਂਕਿ ਜਿਹੜਾ ਨਰਚਰ ਹੈ, ਜਿਹੜੀ এনवायरमेंट ਹੈ, ਉਹ ਸਾਰਿਆਂ ਵਾਸਤੇ ਸੇਮ ਹੈ। ਸੋ ਗੱਲ ਇਹ ਨਹੀਂ ਹੈ ਕਿ ਔਰਤ ਤੇ ਮਰਦ ਬਰਾਬਰ ਨੇ ਜਾਂ ਨਹੀਂ ਬਰਾਬਰ, ਕਿਉਂਕਿ ਉਹਨਾਂ ਦੇ ਵਿੱਚ ਡਿਫਰੈਂਸਸ ਵੀ ਹੈਗੇ ਨੇ ਤੇ ਉਹਨਾਂ ਦੇ ਵਿੱਚ ਸਿਮਿਲੈਰਿਟੀਜ਼ ਵੀ ਹੈਗੀਆਂ ਨੇ। ਸੋ ਗੱਲ ਇਹ ਹੈ ਕਿ ਆਪਾਂ ਜਿਹੜੇ ਵੀ ਡਿਫਰੈਂਸਸ ਨੇ ਜਿਹੜੇ ਪਰਮਾਤਮਾ ਨੇ ਬਣਾਏ ਨੇ, ਆਪਾਂ ਉਹਨਾਂ ਨੂੰ ਐਕਸੈਪਟ ਕਰੀਏ, ਮੰਨੀਏ, ਪਰ ਇਹ ਵੀ ਨਾਲ ਸਮਝੀਏ ਕਿ ਜਿਹੜੇ ਪਰਮਾਤਮਾ ਨੇ ਉਹ ਡਿਫਰੈਂਸਸ ਬਣਾਏ ਨੇ ਨਾ, ਇਹ ਉਸ ਦੇ ਹੁਕਮ ਦੇ ਵਿੱਚ ਨੇ ਤੇ ਆਪਾਂ ਉਸ ਦੀ ਸਮਝ ਨੂੰ ਸਮਝ ਨਹੀਂ ਸਕਦੇ ਕਿ ਉਹਨੇ ਇਦਾਂ ਕਿਉਂ ਬਣਾਇਆ। ਇਹ ਪਰਮਾਤਮਾ ਤੇ ਸਵਾਲ ਖੜਾ ਕਰਨਾ, ਉਹਦੀ ਸੋਚ ਤੇ ਕੁਐਸਚਨ ਕਰਨਾ, ਇਹ ਤਾਂ ਸਾਡੀ ਤੁੱਛ ਸੋਚ, ਜਿਹੜੀ ਬਹੁਤ ਹੀ ਛੋਟੀ ਸੋਚ ਹੈ ਨਾ, ਮਤਲਬ ਉਹਦੇ ਤੋਂ ਬਹੁਤ ਪਰੇ ਹੈ। ਆਪਾਂ ਉਹ ਚੀਜ਼ ਤੇ ਵਿਚਾਰ ਵੀ ਨਹੀਂ ਕਰ ਸਕਦੇ ਹੈਗੇ। ਸਾਡੀ ਸੋਝੀ, ਸਾਡੀ ਸਮਝ ਜਿਹੜੀ ਉਹ ਇੰਨੀ ਹੈ ਹੀ ਨਹੀਂ। ਇਸ ਕਰਕੇ ਆਪਾਂ ਗੁਰਬਾਣੀ ਦਾ ਆਸਰਾ ਲੈ ਕੇ, ਗੁਰਬਾਣੀ ਤੋਂ ਸਮਝ ਕੇ ਆਪਾਂ ਹਰ ਇੱਕ ਚੀਜ਼ ਨੂੰ ਸਮਝਨੇ ਆ। ਸੋ ਜਿੱਥੇ ਆਪਾਂ ਇੱਕ ਦੂਜੇ ਦੇ ਡਿਫਰੈਂਸਸ ਨੂੰ ਐਕਸੈਪਟ ਕਰਨਾ, ਆਪਾਂ ਉਹ ਡਿਫਰੈਂਸਸ ਨੂੰ ਰਿਸਪੈਕਟ ਵੀ ਕਰਨਾ, ਤੇ ਉਸ ਰਿਸਪੈਕਟ ਕਰਦੇ ਹੋਏ ਆਪਾਂ ਇਹ ਗੱਲ ਸਮਝਣੀ ਹੈ ਕਿ ਹਰ ਇੱਕ ਦੇ ਵਿੱਚ ਪਰਮਾਤਮਾ ਆਪ ਵਸ ਰਿਹਾ। ਜਿੱਦਣ ਆਪਾਂ ਪਿਆਰਿਓ ਇਹ ਗੱਲ ਸਮਝ ਲਈ ਨਾ ਕਿ ਹਰ ਇੱਕ ਦੇ ਵਿੱਚ ਪਰਮਾਤਮਾ ਵਸ ਰਿਹਾ, ਤੇ ਆਪਾਂ ਹਰ ਇੱਕ ਨੂੰ ਰਿਸਪੈਕਟ ਦੇਵਾਂਗੇ। ਕਿਉਂਕਿ ਸਾਨੂੰ ਪਤਾ ਹੋਏਗਾ ਕਿ ਉਹ ਔਰਤ ਹੋਵੇ ਜਾਂ ਮਰਦ ਹੋਵੇ, ਉਹਦੇ ਅੰਦਰ ਪਰਮਾਤਮਾ ਹੈ। ਆਪਾਂ ਉਸ ਇਨਸਾਨ ਦੀ ਰਿਸਪੈਕਟ ਨਹੀਂ ਕਰ ਰਹੇ, ਆਪਾਂ ਉਸ ਦੇ ਅੰਦਰ ਵਸਦੇ ਪਰਮਾਤਮਾ ਦੀ ਰਿਸਪੈਕਟ ਕਰ ਰਹੇ ਹਾਂ। ਸੋ ਇਸ ਗੱਲ ਨੂੰ ਆਪਾਂ ਸਮਝਣਾ ਹੈ। ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਲਿਖਿਆ, ਇਸਤਰੀ ਪੁਰਖ ਹੋਏ ਕਹਿ ਕਿਆ ਹੋਏ ਕਰਮ ਕਮਾਹੀ, ਕਿ ਕੀ ਫਰਕ ਪੈਂਦਾ ਹੈ ਕਿ ਕੋਈ ਔਰਤ ਹੈ ਜਾਂ ਮਰਦ ਹੈ। ਹਰ ਇੱਕ ਦਾ, ਹਰ ਕੋਈ ਜਿਹੜਾ ਉਹ ਪਰਮਾਤਮਾ ਦਾ ਰੂਪ ਹੈ, ਤੇ ਉਹਨੇ ਪਰਮਾਤਮਾ ਨੇ ਉਹਨੂੰ ਭੇਜਿਆ ਤੇ ਉਹਨੇ ਪਰਮਾਤਮਾ ਦੇ ਵਿੱਚ ਹੀ ਜਾ ਕੇ ਫੇਰ ਰਲ ਜਾਣਾ। ਸੋ ਇਹ ਲੜਾਈ ਕਿਉਂ ਹੋ ਰਹੀ ਹੈ ਕਿ ਕੌਣ ਬਿਹਤਰ ਹੈ, ਕੌਣ ਮਾੜਾ ਹੈ, ਕਿ ਬਰਾਬਰ ਨੇ ਜਾਂ ਨਹੀਂ ਬਰਾਬਰ, ਜਦੋਂ ਪਰਮਾਤਮਾ ਗੁਰਬਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਕੀ ਫਰਕ ਪੈਂਦਾ ਹੈ ਕਿ ਕੋਈ ਔਰਤ ਹੈ ਜਾਂ ਮਰਦ ਹੈ। ਸਾਰੇ ਬਰਾਬਰ ਨੇ, ਸਾਰਿਆਂ ਦੇ ਵਿੱਚ ਉਹ ਪਰਮਾਤਮਾ ਜਿਹੜਾ ਹੈ ਉਹ ਆਪ ਵਸਦਾ ਹੈ।
ਹੁਣ ਇਸ ਚੀਜ਼ ਨੂੰ ਸਪਸ਼ਟ ਕਰਨ ਵਾਸਤੇ ਗੁਰੂ ਸਾਹਿਬ ਨੇ ਬਹੁਤ ਹੀ ਵਧੀਆ ਗੱਲ ਬਹੁਤ ਹੀ ਵਧੀਆ ਲਿਖਿਆ ਗੁਰਬਾਣੀ ਦੇ ਵਿੱਚ, ਜੋ ਕਹਿੰਦੇ ਨੇ, "ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਉ।" ਸਾਰਿਆਂ ਦੇ ਵਿੱਚੋਂ ਪਰਮਾਤਮਾ ਵਸ ਰਿਹਾ ਹੈ, ਤੇ ਕੋਈ ਵੀ ਜੀਵ, ਕੋਈ ਵੀ ਚੀਜ਼ ਉਸ ਪਰਮਾਤਮਾ ਤੋਂ ਬਾਹਰ ਹੈਗੀ ਹੀ ਨਹੀਂ। ਸਾਰਾ ਕੁਝ ਪਰਮਾਤਮਾ ਨੇ ਬਣਾਇਆ ਹੈ। ਹਰ ਇੱਕ ਨੂੰ ਇਸ ਕਰਕੇ ਆਪਾਂ ਜਿਹੜੀ ਸਤਿਕਾਰ ਦੇਣਾ ਹੈ, ਉਹ ਬਰਾਬਰ ਦਾ ਦੇਣਾ ਹੈ। ਹਰ ਇੱਕ ਨੂੰ ਆਪਾਂ ਟਰੀਟ ਜਿਹੜਾ ਉਹ ਬਰਾਬਰ ਦਾ ਕਰਨਾ ਹੈ। ਕਿਸੇ ਨੂੰ ਕੋਈ ਪ੍ਰੈਫਰੈਂਸ ਨਹੀਂ ਦੇਣੀ ਕਿਉਂਕਿ ਉਹ ਮਰਦ ਹੈ ਜਾਂ ਉਹ ਔਰਤ ਹੈ। ਇਹਨੂੰ ਤੁਸੀਂ ਜੌਬ ਫੀਲਡ ਦੇ ਵਿੱਚ ਲੈ ਲਓ ਕਿ ਬੰਦਿਆਂ ਨੂੰ ਪ੍ਰੈਫਰੈਂਸ ਮਿਲਦੀ ਹੈ। ਅਕਸਰ ਮੈਂ ਇਹ ਚੀਜ਼ ਸੁਣਦੀ ਹਾਂ ਕਿ ਔਰਤਾਂ ਨੂੰ ਮੈਨੂੰ ਤਾਂ ਨਹੀਂ ਜੌਬ ਮਿਲਦੀ ਕਿਉਂਕਿ ਮੈਂ ਪ੍ਰੈਗਨੈਂਟ ਸੀ ਤੇ ਮੈਂ ਮੈਟਰਨਿਟੀ ਲੀਵ ਤੇ ਜਾ ਜਾਣਾ। ਸੋ ਆਪਾਂ ਇਹ ਚੀਜ਼ਾਂ ਤੋਂ ਬਾਹਰ ਹੋ ਕੇ ਆਪਾਂ ਇਹ ਦੇਖਣਾ ਹੈ ਕਿ ਆਪਾਂ ਹਰ ਇੱਕ ਨੂੰ ਬਰਾਬਰ ਦਾ ਸਮਝਣਾ ਹੈ, ਕਿਉਂਕਿ ਪਰਮਾਤਮਾ ਤਾਂ ਵਿਤਕਰਾ ਨਹੀਂ ਨਾ ਕਰਦਾ ਕਿ ਮੈਂ ਇਹ ਔਰਤ ਹੈ ਤੇ ਮੈਨੂੰ ਜ਼ਿਆਦਾ ਪਿਆਰ ਕਰਨਾ ਹੈ ਜਾਂ ਇਹ ਮਰਦ ਹੈ ਤੇ ਮੈਨੂੰ ਜ਼ਿਆਦਾ ਪਿਆਰ ਕਰਨਾ ਹੈ। ਪਰਮਾਤਮਾ ਆਪਣੇ ਬਣਾਏ ਸਾਰੇ ਜੀਵਾਂ ਨੂੰ ਬਰਾਬਰ ਦੇਖਦਾ ਹੈ। ਫਿਰ ਆਪਾਂ ਇਹ ਵਿਤਕਰਾ ਕਿਉਂ ਕਰਨੇ ਆ? ਆਪਾਂ ਕਿਉਂ ਵੱਖਰੇ ਵੱਖਰੇ ਇਹਨਾਂ ਨੂੰ ਦੇਖਣੇ ਆ, ਜਦੋਂ ਗੁਰੂ ਸਾਹਿਬ ਸਪਸ਼ਟ ਕਰਕੇ ਦੱਸ ਰਹੇ ਨੇ ਕਿ ਪਰਮਾਤਮਾ ਜਿਹੜਾ ਹੈ ਉਹ ਹਰ ਕਿਸੇ ਦੇ ਵਿੱਚ ਵਸ ਰਿਹਾ ਹੈ, ਤੇ ਆਪਾਂ ਹਰ ਇੱਕ ਦੀ ਰਿਸਪੈਕਟ ਕਰੀਏ ਤੇ ਆਪਾਂ ਉਹਨਾਂ ਦਾ ਸਾਥ ਦਈਏ ਤਾਂ ਕਿ ਹਰ ਕੋਈ ਜੀਵਨ ਦੇ ਵਿੱਚ ਅੱਗੇ ਵਧੇ, ਪਰ ਨਾਲ ਹੀ ਗੁਰਬਾਣੀ ਦੇ ਨਾਲ ਜੁੜਦੇ ਹੋਏ ਆਪਣੇ ਅੰਦਰ ਵਸਦੇ ਉਸ ਪਰਮਾਤਮਾ ਨੂੰ ਦੇਖ ਸਕੇ। ਸੋ ਇਸ ਚੀਜ਼ ਤੇ ਵਿਚਾਰ ਕਰਨ ਦੀ ਬਹੁਤ ਲੋੜ ਹੈ ਜੀ। ਇਸ ਗੱਲ ਨੂੰ ਸੋਚ ਕੇ ਵਿਚਾਰ ਕੇ ਦੇਖਿਓ ਜੀ। ਸੋ ਹੁਣ ਆਪਾਂ ਜੀ ਇੱਕ ਛੋਟੀ ਜਿਹੀ ਰਿਫਲੈਕਸ਼ਨ ਐਕਟੀਵਿਟੀ ਹੋਮਵਰਕ ਕਹਿ ਲਓ ਰੀਅਲੀ, ਪਰ ਇਟਸ ਅਪ ਟੂ ਯੂ ਤੁਸੀਂ ਕਰਨਾ ਹੈ ਕਿ ਨਹੀਂ। ਆਈ ਜਸਟ ਥਾਟ ਕਿ ਇਸ ਸੈਸ਼ਨ 'ਚ ਆਪਾਂ ਜਿਹੜੀਆਂ ਵੀ ਗੱਲਾਂ ਡਿਸਕਸ ਕੀਤੀਆਂ ਨੇ ਉਹਨਾਂ ਨੂੰ ਤੁਸੀਂ ਇੱਥੇ ਹੀ ਨਾ ਛੱਡ ਜਾਓ, ਨਾਲ ਲੈ ਕੇ ਜਾਓ। ਇਸ ਕਰਕੇ ਇੱਕ ਛੋਟੀ ਜਿਹੀ ਰਿਫਲੈਕਸ਼ਨ ਐਕਟੀਵਿਟੀ ਹੈ। ਸੋ ਘਰ ਜਾ ਕੇ ਜਿਹੜੀ ਵੀ ਕੋਈ ਮੇਲ ਫਿਗਰ ਤੁਹਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਹੈ, ਉਹ ਤੁਹਾਡੇ ਫਾਦਰ ਹੋ ਸਕਦੇ ਨੇ, ਤੁਹਾਡੇ ਬ੍ਰਦਰ ਹੋ ਸਕਦੇ ਨੇ, ਤੁਹਾਡੇ ਹਸਬੈਂਡ ਹੋ ਸਕਦੇ ਨੇ, ਤੁਹਾਡਾ ਸਨ ਹੋ ਸਕਦਾ, ਕੋਈ ਵੀ ਹੋਵੇ। ਉਸ ਮੇਲ ਫਿਗਰ ਦੇ ਨਾਲ ਬੈਠੋ, ਇੱਕ ਸਿਮਿਲੈਰਿਟੀ ਲੱਭੋ ਦੋਨਾਂ ਦੇ ਵਿੱਚ। ਸੋ ਤੁਹਾਡੇ ਵਿੱਚ ਤੇ ਉਸ ਮੇਲ ਫਿਗਰ ਦੇ ਵਿੱਚ ਇੱਕ ਸਿਮਿਲੈਰਿਟੀ ਜਿਹੜੀ ਤੁਹਾਡੇ ਦੋਵਾਂ ਦੇ ਵਿੱਚ ਹੋਵੇ, ਤੇ ਇੱਕ ਡਿਫਰੈਂਸ ਲੱਭੋ ਕਿ ਤੁਸੀਂ ਦੋਨੋਂ ਕਿਹੜੀ ਚੀਜ਼ ਤੋਂ ਡਿਫਰੈਂਟ ਹੋ। ਫਿਰ ਦੋਨੋਂ ਇੱਕ ਐਸੀ ਚੀਜ਼ ਲੱਭੋ ਜਿਹੜੀ ਤੁਹਾਨੂੰ ਦੋਵਾਂ ਨੂੰ ਉਸ ਪਰਮਾਤਮਾ ਦੇ ਨਾਲ ਜੋੜੇ। ਇਦਾਂ ਦੀ ਕਿਹੜੀ ਚੀਜ਼ ਹੋ ਸਕਦੀ ਹੈ, ਉਸ ਚੀਜ਼ ਨੂੰ ਲੱਭੋ। ਕੋਈ ਵੀ ਛੋਟੀ ਜੀ ਚੀਜ਼ ਹੋ ਸਕਦੀ ਹੈ ਕਿ ਇਕੱਠੇ ਬੈਠ ਕੇ ਸਿਮਰਨ ਕਰਨਾ ਹੈ, ਇਕੱਠੇ ਬੈਠ ਕੇ ਪਾਠ ਕਰਨਾ ਹੈ, ਇਕੱਠੇ ਬੈਠ ਕੇ ਕੀਰਤਨ ਸੁਣਨਾ ਹੈ, ਜਾਂ ਮੇਬੀ ਇਕੱਠੇ ਡਰਾਈਵ ਕਰਕੇ ਗੁਰਦੁਆਰਾ ਸਾਹਿਬ ਜਾਣਾ, ਉੱਥੇ ਜਾ ਕੇ ਸੇਵਾ ਕਰਨੀ ਹੈ ਜਾਂ ਉੱਥੇ ਸੰਗਤ ਦੇ ਵਿੱਚ ਬੈਠਣਾ ਹੈ। ਕੋਈ ਵੀ ਛੋਟੀ ਜੀ ਚੀਜ਼। ਪਰ ਬੇਸਿਕਲੀ ਇਸ ਦਾ ਮੰਤਵ ਇਹ ਹੈ ਕਿ ਤੁਸੀਂ ਇਹ ਸਮਝੋ ਕਿ ਸਿਰਫ ਦੁਨੀਆ ਦੇ ਵਿੱਚ ਬਾਹਰ ਹੀ ਨਹੀਂ, ਘਰ ਦੇ ਵਿੱਚ ਵੀ ਡਿਫਰੈਂਸਿਸ ਤੇ ਸਿਮਿਲੈਰਿਟੀਜ਼ ਹੁੰਦੀਆਂ ਨੇ। ਉਹਨਾਂ ਨੂੰ ਐਕਸੈਪਟ ਕਰਨਾ, ਇੱਕ ਦੂਜੇ ਦੇ ਡਿਫਰੈਂਸਿਸ ਨੂੰ, ਇੱਕ ਦੂਜੇ ਦੀਆਂ ਸਿਮਿਲੈਰਿਟੀਜ਼ ਨੂੰ ਸਪੋਰਟ ਕਰਨਾ, ਡਿਫਰੈਂਸਿਸ ਨੂੰ ਸਪੋਰਟ ਕਰਨਾ। ਤੇ ਕਿੱਦਾਂ ਆਪਾਂ ਪਰਿਵਾਰ ਦੇ ਵਿੱਚ ਦੋਵੇਂ ਜਣੇ ਜਾਂ ਸਾਰਾ ਪਰਿਵਾਰ ਰਲ ਕੇ ਐਟ ਦੀ ਐਂਡ ਆਫ ਦ ਡੇ ਹਰ ਇੱਕ ਦਾ ਜੀਵਨ ਦਾ ਪਰਪਸ ਜਿਹੜਾ ਹੈ ਨਾ, ਮਕਸਦ ਹੈ, ਉਹ ਪਰਮਾਤਮਾ ਨੂੰ ਮਿਲਣਾ। ਤੇ ਆਪਾਂ ਕਿੱਦਾਂ ਉਸ ਮਕਸਦ ਦੇ ਵਿੱਚ ਇੱਕ ਦੂਜੇ ਦੀ ਸਪੋਰਟ ਕਰ ਸਕਦੇ ਹਾਂ ਤਾਂ ਕਿ ਆਪਾਂ ਸਾਰੇ ਉਸ ਪਰਮਾਤਮਾ ਨੂੰ ਮਿਲ ਸਕੀਏ ਤੇ ਆਪਣੇ ਜੀਵਨ ਦਾ ਮਕਸਦ ਜਿਹੜਾ ਹੈ ਉਹ ਪੂਰਾ ਕਰ ਸਕੀਏ। ਸੋ ਇਹ ਸੀ ਜੀ ਪ੍ਰੈਜੈਂਟੇਸ਼ਨ। ਇੱਕ ਸਰਵੇ ਹੈ ਜਿਹੜਾ ਮੈਂ ਐਂਡ ਤੇ ਕਰਾਵਾਂਗੀ। ਸੋ ਆਈ ਵਿਲ ਓਪਨ ਇਟ ਅਪ ਟੂ ਡਿਸਕਸ਼ਨ ਨਾਓ। ਜੇ ਕਿਸੇ ਦਾ ਕੋਈ ਕੁਐਸਚਨ ਹੋਵੇ, ਕਿਸੇ ਨੇ ਕੁਝ ਕਮੈਂਟ ਕਰਨਾ ਹੋਵੇ, ਸੋ ਪਲੀਜ਼ ਗੋ ਅਹੈਡ, ਦਿਸ ਇਜ਼ ਦ ਟਾਈਮ। ਸਾਡੇ ਕੋਲੇ ਆਲਮੋਸਟ 10 ਮਿੰਟ ਹੈਗੇ ਨੇ। ਸੋ ਜਿੰਨਾ ਵੀ ਟਾਈਮ ਤੁਹਾਡੇ ਕੋਲ ਹੈਗਾ ਤੁਸੀਂ ਕਰਨਾ ਚਾਹੋ ਤਾਂ ਪਲੀਜ਼ ਲੈਟ ਮੀ ਨੋ। ਮੀਨਵਾਈਲ ਮੈਂ ਸਰਵੇ ਦਾ ਜਿਹੜਾ ਲਿੰਕ ਹੈ ਉਹ ਚੈਟ ਦੇ ਵਿੱਚ ਪਾ ਦਿੰਨੀ ਆ। ਸੋ ਤੁਸੀਂ ਜਦੋਂ ਵੀ ਚਾਹੋ ਐਟ ਦੀ ਐਂਡ ਆਫ ਦ ਸੈਸ਼ਨ ਜਾਂ ਫਿਰ ਹੁਣ ਤੁਸੀਂ ਉਹ ਸਰਵੇ ਪਲੀਜ਼ ਫਿਲ ਕਰ ਦਿਓ, ਬਿਕੋਜ਼ ਉਹ ਸਰਵੇ ਮੈਨੂੰ ਬਹੁਤ ਹੈਲਪ ਕਰੇਗਾ ਜੀ ਇਹ ਡਿਸਾਈਡ ਕਰਨ ਵਾਸਤੇ ਕਿ ਅੱਗੇ ਤੋਂ ਕੋਈ ਸੈਸ਼ਨਸ ਇਦਾਂ ਦੇ ਪਲਾਨ ਕਰਨੇ ਚਾਹੀਦੇ ਨੇ ਜਾਂ ਨਹੀਂ। ਮੈਨੂੰ ਬਹੁਤ ਜਣਿਆਂ ਨੇ ਕਿਹਾ ਸੀ ਕਿ ਤੁਸੀਂ ਫ੍ਰੀ ਸੈਸ਼ਨ ਰੱਖ ਰਹੇ ਹੋ, ਦੇਖਿਓ ਕਿਸੇ ਨੇ ਨਹੀਂ ਸੈਸ਼ਨ ਤੇ ਆਣਾ। ਆਈ ਡੋਂਟ ਵਾਂਟ ਕਿ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਗਿਆਨ ਹੈ, ਜਿਹੜਾ ਮੈਨੂੰ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਪਰ ਇਹ ਗੁਰੂ ਦੀ ਬਖਸ਼ਿਸ਼ ਹੈ। ਤੇ ਜਿਹੜੀ ਚੀਜ਼ ਮੈਨੂੰ ਪਰਮਾਤਮਾ ਨੇ ਜਾਂ ਗੁਰੂ ਨੇ ਦਿੱਤੀ ਹੈ, ਮੈਂ ਉਹਨੂੰ ਵੇਚ ਨਹੀਂ ਸਕਦੀ, ਮੈਂ ਉਹਦੇ ਤੋਂ ਪੈਸੇ ਨਹੀਂ ਬਣਾ ਸਕਦੀ। ਇਸ ਕਰਕੇ ਸੈਸ਼ਨ ਫ੍ਰੀ ਰੱਖਿਆ ਸੀ। ਤੁਸੀਂ ਦੇਖੋ ਜੀ 25 ਜਣਿਆਂ ਨੇ ਰਜਿਸਟਰ ਕੀਤਾ ਸੀ ਤੇ ਬਸ ਆਪਾਂ 4-5 ਜਣੇ ਇੱਥੇ ਅੱਜ ਇਕੱਠੇ ਹੋਏ ਆ। ਤੁਹਾਡੇ ਸਰਵੇ ਤੇ ਵਿਚਾਰ ਕਰਾਂਗੀ ਤੇ ਇਹ ਡਿਸਾਈਡ ਕਰਾਂਗੇ ਕਿ ਅੱਗੇ ਸੈਸ਼ਨਸ ਜਿਹੜੇ ਨੇ ਉਹ ਕਿਸ ਤਰ੍ਹਾਂ ਮੈਂ ਪਲਾਨ ਕਰਨੇ ਨੇ। ਅਗੇਨ ਆਈ ਰੀਅਲੀ ਡੋਂਟ ਵਾਂਟ ਕਿ ਮੈਂ ਕੋਈ ਫੀ ਰੱਖਾਂ ਸੈਸ਼ਨਸ ਤੇ, ਪਰ ਮੈਨੂੰ ਜਿਨ੍ਹਾਂ ਨੇ ਕਿਹਾ ਸੀ ਇਹੀ ਗੱਲ ਕਹੀ ਸੀ ਕਿ ਅਕਾਊਂਟੇਬਿਲਿਟੀ ਹੋ ਜਾਂਦੀ ਹੈ ਕਿ ਜੇ ਕਿਸੇ ਨੇ ਪੈਸੇ ਦਿੱਤੇ ਹੋਣਗੇ ਨਾ ਤੇ ਉਹਨੂੰ ਪਤਾ ਹੋਏਗਾ ਕਿ ਮੇਰੇ ਪੈਸੇ ਲੱਗੇ ਨੇ ਤੇ ਮੈਂ ਸੈਸ਼ਨ ਤੇ ਆਣਾ।
ਤੇ ਆਈ ਡੋਂਟ ਨੋ ਕਿ ਉਹ ਗੱਲ ਸੱਚ ਹੈ ਕਿ ਨਹੀਂ, ਬਿਕੋਜ਼ ਐਜ਼ ਆਈ ਸੈਡ 25 ਜਣੇ ਸੀ ਤੇ ਮੈਂ ਬੜੇ ਜਣਿਆਂ ਨੂੰ ਮੈਂ ਨਾ ਕੀਤੀ ਹੈ ਰਜਿਸਟ੍ਰੇਸ਼ਨ ਵਾਸਤੇ, ਬਿਕੋਜ਼ ਆਈ ਥੌਟ ਦ ਸੈਸ਼ਨ ਇਜ਼ ਫੁੱਲ। ਤੇ ਅਨਫੋਰਚੂਨੇਟਲੀ ਇਟ ਸੀਮਸ ਲਾਈਕ ਕਿ ਇੱਥੇ ਅੱਜ ਸਾਰੇ ਆਏ ਨਹੀਂ ਹੈਗੇ। ਸੋ ਆਈ ਡੋਂਟ ਨੋ ਇਫ ਇਟਸ ਅਕਾਊਂਟੇਬਿਲਿਟੀ ਰੀਜ਼ਨਸ ਕਿ ਕੀ ਨੇ, ਆਈ ਰੀਅਲੀ ਡੋਂਟ ਨੋ। ਮੈਂ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੁੰਦੀ। ਸੋ ਬਟ ਆਈ ਐਮ ਵੈਰੀ ਹੈਪੀ ਤੇ ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਅੱਜ ਆਪਣੇ ਬਿਜ਼ੀ ਲਾਈਫ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਤੁਸੀਂ ਇੱਥੇ ਆਏ ਹੋ ਤੇ ਜੁਆਇਨ ਕੀਤਾ। ਸੋ ਵਨਸ ਅਗੇਨ ਪਲੀਜ਼ ਸਰਵੇ ਕੰਪਲੀਟ ਕਰਿਓ ਜੀ ਤੇ ਆਈ ਵਿਲ ਓਪਨ ਇਟ ਅਪ ਕਿ ਹੁਣ ਜਿਹਦਾ ਵੀ ਕੋਈ ਕੁਐਸਚਨ ਹੋਵੇ, ਕੋਈ ਕਮੈਂਟ ਹੋਵੇ, ਪਲੀਜ਼ ਗੋ ਅਹੈਡ। ਤੁਸੀਂ ਅਨਮਿਊਟ ਕਰਕੇ ਰਾਈਟ ਅਵੇ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਹੱਥ ਰੇਜ਼ ਹੈਂਡ ਫੀਚਰ ਯੂਜ਼ ਕਰ ਸਕਦੇ ਹੋ ਐਟ ਦ ਬਾਟਮ ਆਫ ਦ ਸਕਰੀਨ ਤੇ ਮੈਂ ਤੁਹਾਡਾ ਨਾਮ ਜਿਹੜਾ ਹੈ ਉਹ ਲੈ ਸਕਦੀ ਹਾਂ। ਆਈ ਵਿਲ ਪ੍ਰੋਬੇਬਲੀ ਜਸਟ ਯੂਜ਼ ਦ ਇਨੀਸ਼ੀਅਲਸ ਜੇ ਤੁਸੀਂ ਉਹਦੇ ਨਾਲ ਕੰਫਰਟੇਬਲ ਹੋ ਤੇ ਤੁਸੀਂ ਆਪਣਾ ਕਮੈਂਟ ਜਾਂ ਕੁਐਸਚਨ ਜਿਹੜਾ ਉਹ ਕਰ ਸਕਦੇ ਹੋ ਸ਼ੇਅਰ ਜੀ। ਹਾਂਜੀ ਕਿਰਨ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਇੱਕ ਕੁਐਸਚਨ ਮੇਰੇ ਦਿਲ 'ਚ ਹੈਗੀ ਆ, ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਸੰਗਤ ਨੂੰ ਵੀ, ਫਿਰ ਤੁਹਾਨੂੰ ਵੀ, ਹਾਂਜੀ ਕਿ ਜ਼ਰੂਰ। ਪਾਸਟ ਦੇ ਵਿੱਚ, ਇਤਿਹਾਸ ਦੇ ਵਿੱਚ ਜਦੋਂ ਅਸੀਂ ਵੇਖਦੇ ਆ, ਕਾਫੀ ਫਿਗਰਸ ਹੁੰਦੇ ਨੇ। ਆਈ ਥਿੰਕ ਇਹ ਵੀ ਮੈਂ ਤੁਹਾਨੂੰ ਅਰਲੀ ਕਨਵਰਸੇਸ਼ਨ ਦੇ ਵਿੱਚ ਕਿਹਾ ਵਾ, ਜੋ ਸੌਰੀ ਜੀ, ਸਾਡੇ ਵਾਸਤੇ ਬੜੇ ਐਗਜ਼ਾਮਪਲ ਲਾਉਂਦੇ ਨੇ, ਲਾਈਕ ਭਾਈ ਮਾਗੋ ਬੀਬੀ ਮਾਈ ਮਾਗੋ ਜੀ, ਐਂਡ ਦੈਨ ਬੀਬੀ ਹਰਸ਼ਰਨ ਕੌਰ ਫॉर एग्जांपल, ਐਂਡ ਈਵਨ ਮਾਤਾ ਸਾਹਿਬ ਕੌਰ। all of these figures ਬੜੇ ਐਗਜ਼ਾਮਪਲੀ ਫਿਗਰਸ ਹੈਗੇ ਆ ਇਤਿਹਾਸ ਦੇ ਵਿੱਚ। ਇਨ ਦਿਸ ਡੇ ਐਂਡ ਏਜ ਹੁਣ ਸਾਡੀ ਬੀਬੀਆਂ ਦੇ ਉੱਪਰ ਜੋ ਅਸੀਂ ਚੈਲੰਜਸ ਫੇਸ ਕਰਦੇ ਨੇ, ਹੈਨਾ, ਡੇ ਟੂ ਡੇ ਲਾਈਫ 'ਚ, ਹੁਣ ਔਰਤ ਜਿਹੜੀ ਹੈਗੀ ਆ ਉਹ ਸਿਰਫ ਇੱਕ ਮਦਰ, ਇੱਕ ਵਾਈਫ ਨਹੀਂ ਹੁੰਦੀ, ਇੱਕ ਕਰੀਅਰ ਵੂਮਨ ਵੀ ਹੁੰਦੀ ਆ, ਆਪਣੇ ਮਾਪਿਓ ਦਾ ਵੀ ਧਿਆਨ ਰੱਖਦੀ ਆ, ਬੜੇ ਡਿਫਰੈਂਟ ਰੋਲਸ ਹੈਗੇ ਆ। ਹੈਜ਼ ਟਾਈਮ ਹੈਜ਼ ਮੂਵਡ, ਸਾਡੇ ਵਿਮਨ ਦਾ ਰੋਲ ਜਿਹੜਾ ਹੈਗਾ ਬੜੇ ਇਵੋਲਵ ਹੋ ਚੁੱਕੇ ਨੇ। ਹੁਣ ਅਸੀਂ has women in Sikhi in this era that we have right now, how do we face these challenges and how do we deal with them? Because being a Sikh is one thing, but also dealing with these challenges. When in the past women were very streamlined in the sense of oh sir ਆਪਣੇ ਘਰਾਂ ਹਸਬੈਂਡ ਵਾਈਫ ਇਹ ਸਾਰੇ ਜ਼ਿੰਮੇਦਾਰੀ ਨੇ ਉਹਨਾਂ ਦੇ। ਹੁਣ ਇਸ ਟਾਈਮ ਦੇ ਵਿੱਚ ਅਸੀਂ different challenges ਨੂੰ ਕਿੰਨਾ ਇਨਕੋਰਪੋਰੇਟ ਕਰੀਏ ਲਾਈਫ ਦੇ ਵਿੱਚ, so it doesn't impact our Sikhi. I think what I'm trying to say, ਮੈਂ ਇੰਗਲਿਸ਼ ਵਿੱਚ ਦੱਸਿਆ ਭੈਣ ਜੀ, ਮੇਰੀ ਪੰਜਾਬੀ ਇੰਨੀ ਵਧੀਆ ਨਹੀਂ ਕਿ Yeah, so no, I'm no, very that's sorry. totally fine. No, that's totally fine. Go ahead. I think that a lot of women face this, myself included. I face this personally as well. It's like I have to take out time for my Sikhi. I have to dedicate time for Simran. I have to dedicate time for Gurbani. It's no longer that it's part of my life, if that makes sense. Though I would like it to be a very natural part of my life. I think in the past, that's how Sikhi was for women. It was part of, it was not that they had to take out time. It's just who they were. And I feel that that is a big drop, a minus point in me that I have to now dedicate time for Simran in the morning, that I have to take out that time. So I find that a big challenge, Peggy. ਸੋ ਇਟਸ ਅ ਗ੍ਰੇਟ ਥਿੰਗ ਐਂਡ ਆਈ ਥਿੰਕ ਤੁਸੀਂ ਇਕੱਲੇ ਨਹੀਂ ਹੈਗੇ ਕਿਰਨ ਜੀ ਜਿਹੜੀ ਇਹ ਗੱਲ ਕਰ ਰਹੇ ਹੋ। ਮੈਂ ਬਹੁਤ ਜਣਿਆਂ ਤੋਂ ਜਦੋਂ ਡੀਐਮਸ ਆਉਂਦੇ ਨੇ ਮੈਨੂੰ ਇੰਸਟਾ ਤੇ ਮੈਂ ਬਹੁਤ ਜਣਿਆਂ ਤੋਂ ਇਹ ਗੱਲ ਸੁਣੀ ਹੈ ਤੇ ਇਹੀ ਰੀਜ਼ਨ ਹੈ ਕਿਤੇ ਨਾ ਕਿਤੇ ਕਿ ਮੈਂ ਹਰ ਮਹੀਨੇ ਜਿਹੜੀ ਇੱਕ ਸਾਖੀ ਪੋਸਟ ਕਰਨੀ ਆ ਉਹ ਸਿੱਖ ਵੁਮਨ ਦੇ ਤੋਂ ਲੈ ਕੇ ਇਤਿਹਾਸ ਦੇ ਵਿੱਚੋਂ, ਸਿੱਖ ਹਿਸਟਰੀ ਦੇ ਵਿੱਚੋਂ ਕਿਸੇ ਵੁਮਨ ਦੀ ਸਾਖੀ ਲੈ ਕੇ ਮੈਂ ਇਹ ਰਿਫਲੈਕਟ ਕਰਨੀ ਆ ਤੇ ਇਹ ਟੀਚਿੰਗਸ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨੀ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਿ ਉਹਨਾਂ ਨੂੰ ਅੱਜ ਦੇ ਜੀਵਨ ਦੇ ਵਿੱਚ ਆਪਾਂ ਕਿੱਦਾਂ ਦੇਖਣਾ। ਕਿਉਂਕਿ ਜਿੱਦਾਂ ਤੁਸੀਂ ਕਿਹਾ ਨਾ ਕਿ ਪਹਿਲਾਂ ਇਟ ਵਾਸ देयर ਲਾਈਫ ਸਟਾਈਲ ਵਾਸ ਸਿੱਖੀ, ਕਿ ਉਹ ਉਦਾਂ ਹੀ ਜਿੰਦੇ ਸੀ। ਤਾਂ ਹੀ ਆਪਾਂ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਗੱਲ ਮਾਤਾ ਖੀਵੀ ਜੀ ਦੀ ਕੀਤੀ, ਜਿਨ੍ਹਾਂ ਨੇ ਜਿੱਥੇ ਉਹਨਾਂ ਨੇ ਘਰ ਦੇ ਵਿੱਚ ਆਪਣੀਆਂ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ, ਉਹਨਾਂ ਨੇ ਨਾਲ ਹੀ ਲੰਗਰ ਦਾ ਇੰਚਾਰਜ ਵੀ ਸਾਰਾ ਉਹਨਾਂ ਨੇ ਦੇਖਿਆ। ਸੋ ਤੁਸੀਂ ਇਹਨੂੰ ਉਹ ਸੇਵਾ ਸੀ, ਠੀਕ ਹੈ ਜੀ। ਪਰ ਉਦੋਂ ਕਿਉਂਕਿ ਜੌਬਸ ਨਹੀਂ ਸੀਗੀਆਂ ਐਸ ਸੱਚ, ਸੋ ਜੇ ਤੁਸੀਂ ਉਹਨੂੰ ਅੱਜ ਦੇ ਜੀਵਨ ਦੇ ਵਿੱਚ, ਜੇ ਆਪਾਂ ਅੱਜ ਦੀ ਲਾਈਫ ਦੇ ਵਿੱਚ ਉਹਨੂੰ ਆਪਾਂ ਟ੍ਰਾਂਸਲੇਟ ਕਰਨਾ ਹੋਵੇ ਤਾਂ ਯੂ ਕੁਡ ਥਿੰਕ ਆਫ ਇਟ ਐਜ਼ ਅ ਜੌਬ ਕਿ ਠੀਕ ਹੈ ਉਹਨਾਂ ਨੇ ਕੰਮ ਕੀਤਾ, ਉਹ ਉਹਨਾਂ ਦੀ ਕਿਰਤ ਸੀ, ਸੇਵਾ ਸੀ, ਪਰ ਉਹ ਉਹਨਾਂ ਦੀ ਕਿਰਤ ਸੀ। ਨਾਲ ਉਹ ਆਪਣੇ ਬੱਚਿਆਂ ਨੂੰ ਵੀ ਸੰਭਾਲ ਰਹੇ ਸੀ, ਆਪਣੇ ਘਰ ਦਾ ਵੀ ਧਿਆਨ ਰੱਖ ਰਹੇ ਸੀ, ਨਾਲ ਨਾਲ ਉਹ ਸੇਵਾ ਕਰ ਰਹੇ ਸੀ। ਸੋ ਕਮਿੰਗ ਬੈਕ ਟੂ ਯੋਰ ਕੁਐਸਚਨ ਕਿ ਅੱਜ ਆਪਾਂ ਉਸ ਚੀਜ਼ ਨੂੰ ਕਿੱਦਾਂ ਦੇਖਣਾ, ਸਾਨੂੰ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਜਾਂ ਪਰਮਾਤਮਾ ਨਾਲ ਰਿਸ਼ਤਾ ਬਣਾਉਣ ਵਾਸਤੇ, ਆਪਣੀ ਸਿੱਖੀ ਨੂੰ ਜੀਣ ਵਾਸਤੇ ਸਾਨੂੰ ਡੈਡੀਕੇਟਿਡ ਟਾਈਮ ਨਹੀਂ ਚਾਹੀਦਾ। ਆਪਾਂ ਜੋ ਵੀ ਕਰ ਰਹੇ ਹਾਂ ਨਾ, ਆਪਾਂ ਉਸ ਦੇ ਵਿੱਚ ਪਰਮਾਤਮਾ ਨੂੰ ਯਾਦ ਰੱਖਣਾ। ਆਈ ਐਮ ਅ ਮਦਰ, ਆਈ ਐਮ ਅ ਵਰਕਿੰਗ ਵੂਮਨ, ਆਈ ਐਮ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਮੇਰੇ ਤੋਂ ਇਹ ਸੇਵਾ ਵੀ ਲੈ ਰਹੇ ਨੇ, ਜਿਹੜਾ ਇੰਪਾਵਰਡ ਫॉर ਪੇਜ ਹੈ।
ਉਹਦੇ ਵਾਸਤੇ ਵੀ ਸਾਰਾ ਜਿਹੜੀ ਬਖਸ਼ਿਸ਼ ਗੁਰੂ ਸਾਹਿਬ ਕਰ ਰਹੇ ਨੇ ਉਹ ਵੀ ਕਰ ਰਹੇ ਨੇ। ਸੋ ਯੈਸ ਆਈ ਹੀਅਰ ਯੂ ਕਿ ਵੀ ਆਰ ਵੈਰੀ ਬਿਜ਼ੀ ਇਨ ਆਰ ਲਾਈਫਸ, ਸਾਡਾ ਲਾਈਫ ਸਟਾਈਲ ਬਹੁਤ ਬਿਜ਼ੀ ਹੈ, ਬਹੁਤ ਫਾਸਟ ਹੈ, ਪਰ ਗੁਰੂ ਸਾਹਿਬ ਨੂੰ ਯਾਦ ਕਰਨ ਵਾਸਤੇ ਸਾਨੂੰ ਡੈਡੀਕੇਟਿਡ ਟਾਈਮ ਨਹੀਂ ਚਾਹੀਦਾ। ਸੋ ਐਗਜ਼ਾਮਪਲ ਓਕੇ, ਜੇ ਆਪਾਂ ਰਸੋਈ ਦੇ ਵਿੱਚ ਕੰਮ ਕਰ ਰਹੇ ਹਾਂ ਨਾ, ਆਪਾਂ ਕਿਚਨ ਦੇ ਵਿੱਚ ਕੁਝ ਕਰ ਰਹੇ ਹਾਂ, ਤੇ ਜੇ ਸਾਨੂੰ ਨਿਤਨੇਮ ਸਾਡਾ ਯਾਦ ਹੈ ਨਾ, ਤੇ ਆਪਾਂ ਉੱਥੇ ਆਪਣਾ ਨਿਤਨੇਮ ਕਰ ਸਕਦੇ ਹਾਂ ਜਦੋਂ ਆਪਾਂ ਘਰ ਦਾ ਕੰਮ ਕਰ ਰਹੇ ਹਾਂ। ਨਾਲੇ ਤਾਂ ਦੇਖੋ ਗੱਲ ਕਿੰਨੀ ਵਧੀਆ ਹੋਈ ਕਿ ਆਪਾਂ ਜਿਹੜਾ ਖਾਣਾ ਸਾਡੇ ਪਰਿਵਾਰ ਨੇ ਖਾਣਾ ਹੈ, ਆਪਾਂ ਉਹ ਖਾਣਾ ਖਾਂਦੇ ਹੋਏ ਉਸ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ, ਤੇ ਜਿਹੜੀ ਸਾਡੀ ਸੁਰਤ ਜਿਹੜੀ ਹੈ ਉਹ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਹੈ, ਤੇ ਜਿਹੜਾ ਖਾਣਾ ਆਪਾਂ ਬਣਾ ਰਹੇ ਹਾਂ ਉਹ ਕਿੰਨਾ ਵਧੀਆ ਹੋਏਗਾ ਕਿਉਂਕਿ ਉਹ ਉਸ ਪਰਮਾਤਮਾ ਦੇ ਨਾਮ ਦੇ ਨਾਲ ਰੰਗਿਆ ਹੋਏਗਾ। ਜੇ ਆਪਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਆਪ ਨੂੰ ਕੰਮ ਤੇ ਲੈ ਕੇ ਜਾ ਰਹੇ ਹਾਂ, ਡਰਾਈਵਿੰਗ ਦੇਅਰ, ਜਾਂ ਆਪਾਂ ਕੰਮਿਊਟ ਕਰ ਰਹੇ ਹਾਂ, ਆਪਾਂ ਕੀਰਤਨ ਸੁਣ ਸਕਨੇ ਆ, ਆਪਾਂ ਕਥਾ ਸੁਣ ਸਕਨੇ ਆ, ਆਪਾਂ ਵਿਚਾਰ ਸੁਣ ਸਕਨੇ ਆ ਕਿਸੇ ਦੇ। ਜੇ ਤੁਸੀਂ ਇਕੱਲੇ ਹੋ, ਤੁਹਾਨੂੰ ਯਾਦ ਹੈ, ਤੁਸੀਂ ਆਪ ਕਰ ਸਕਦੇ ਹੋ। ਕਿਉਂ, ਮਤਲਬ ਕਿਉਂ ਆਪਾਂ ਦਿਨ ਦੇ ਵਿੱਚੋਂ ਟਾਈਮ ਵੱਖਰੇ ਕੱਢਣਾ ਹੈ? ਜੇ ਹੁਣ ਫॉर ਐਗਜ਼ਾਮਪਲ ਜੇ ਕਿਸੇ ਦੇ ਬੱਚੇ ਨੇ, ਸੋ ਮੇਰਾ ਬੇਟਾ ਰਾਈਟ, ਮੈਂ ਉਹਨੂੰ ਕਲਾਸਿਸ ਤੇ ਲੈ ਕੇ ਜਾਂਦੀ ਹਾਂ, ਤੇ ਜੇ ਮੈਂ ਉੱਥੇ ਬੈਠੀ ਹਾਂ, ਕਿਉਂਕਿ ਜੇ ਅੱਧੇ ਘੰਟੇ ਦੀ ਕਲਾਸ ਹੈ, ਘੰਟੇ ਦੀ ਕਲਾਸ ਹੈ, ਤੇ ਕਲਾਸ ਤਾਂ ਉਹ ਲਾ ਰਿਹਾ ਨਾ, ਮੈਂ ਤਾਂ ਨਹੀਂ ਨਾ ਲਾ ਰਹੀ, ਉਹ ਘੰਟਾ ਮੇਰਾ ਹੈ, ਮੈਂ ਕੀ ਉਹ ਘੰਟੇ ਦੇ ਵਿੱਚ ਕਰ ਰਹੀ ਹਾਂ? ਜੇ ਮੈਂ ਸੈਰ ਕਰ ਰਹੀ ਹਾਂ ਤਾਂ ਮੈਂ ਕੀਰਤਨ ਸੁਣ ਰਹੀ ਹਾਂ, ਜੇ ਮੈਂ ਬੈਠੀ ਹਾਂ ਗੱਡੀ ਦੇ ਵਿੱਚ ਕੇ ਬਾਹਰ ਠੰਡ ਹੈ ਤੇ ਮੈਂ ਸਹਿਜ ਪਾਠ ਕਰ ਰਹੀ ਹਾਂ, ਜਾਂ ਫॉर ਮੀ ਮੈਂ ਵੀਡੀਓਜ਼ ਤੇ ਜਾਂ ਕਿਸੇ ਚੀਜ਼ ਤੇ ਨਾ ਉਸ ਚੀਜ਼ ਤੇ ਕੰਮ ਕਰ ਰਹੀ ਹਾਂ। ਪਰ ਤੁਸੀਂ ਉਹ ਟਾਈਮ ਯੂਜ਼ ਕਰ ਸਕਦੇ ਹੋ। ਤੁਸੀਂ ਤੁਸੀਂ ਵੱਖਰਾ ਟਾਈਮ ਨਾ ਲੱਭੋ, ਕਿਉਂਕਿ ਘੰਟੇ 24 ਹੀ ਰਹਿਣੇ ਨੇ, ਆਪਾਂ 24 ਘੰਟਿਆਂ ਤੋਂ ਵੱਧ ਘੰਟੇ ਨਹੀਂ ਬਣਾ ਸਕਦੇ, ਤੇ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਨਹੀਂ ਭੱਜ ਸਕਦੇ। ਆਪਾਂ ਕਿਸੇ ਤੋਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਹ ਇਹ ਕੰਮ ਕਰ ਲੇ ਤੇ ਮੈਂ ਉਸ ਕੰਮ ਦੇ ਵਿੱਚ ਆਪਣਾ ਪਾਰਟ ਕਰ ਲਵਾਂ। ਫॉर ਐਗਜ਼ਾਮਪਲ ਅਕਸਰ ਸੁਣਿਆ ਹੈ ਕਿ ਜੇ ਮੇਰਾ ਹਸਬੈਂਡ ਜਿਹੜਾ ਹੈ ਉਹ ਇਹ ਘਰ ਦਾ ਕੰਮ ਕਰ ਲਵੇ ਨਾ, ਤੇ ਉਸ ਟਾਈਮ ਦੇ ਵਿੱਚ ਮੈਂ ਪਾਠ ਕਰ ਸਕਦੀ ਹਾਂ। ਆਪਾਂ ਉਹਨਾਂ ਤੋਂ ਐਕਸਪੈਕਟ ਕਿਉਂ ਕਰਨਾ ਹੈ? ਆਪਾਂ ਉਹਨਾਂ ਨੂੰ ਕਹਿ ਸਕਨੇ ਆ, ਆਪਾਂ ਉਹਨਾਂ ਨੂੰ ਦੱਸ ਸਕਨੇ ਆ ਕਿ ਹਾਂ ਐਜ਼ ਅ ਫੈਮਿਲੀ ਮੈਂਬਰ ਜੇ ਤੁਸੀਂ ਵੀ ਇਹ ਕਰੋ ਤੇ ਆਪਾਂ ਦੋਵੇਂ ਗੁਰੂ ਵੱਲ ਵੱਧ ਸਕਨੇ ਆ ਨਾ, ਪਰ ਸਾਨੂੰ ਦੋਵਾਂ ਨੂੰ ਗੁਰਸਿੱਖੀ ਵਾਸਤੇ ਆਪਣੇ ਜੀਵਨ ਵਾਸਤੇ ਟਾਈਮ ਮਿਲ ਰਿਹਾ। ਪਰ ਜੇ ਉਹ ਨਹੀਂ ਕਰ ਪਾ ਰਹੇ ਜਾਂ ਉਹ ਨਹੀਂ ਕਰਨਾ ਚਾਹੁੰਦੇ, ਤੇ ਆਪਾਂ ਉਹਨਾਂ ਨਾਲ ਲੜਨਾ ਨਹੀਂ ਕਿ ਤੂੰ ਕਰ ਤੂੰ ਕਰ, ਉਹਦੇ ਨਾਲ ਤਾਂ ਸਗਾ ਆਪਾਂ ਆਪਣਾ ਦਿਮਾਗ ਜਿਹੜਾ ਹੈ ਉਹ ਨੈਗੇਟਿਵ ਟਰੈਕ ਤੇ ਲੈ ਕੇ ਜਾ ਰਹੇ ਹਾਂ। ਆਪਾਂ ਤਾਂ ਗੁਰੂ ਵੱਲ ਜਾਣਾ ਸੀ ਨਾ, ਪਰ ਆਪਾਂ ਤਾਂ ਲੜਾਈ 'ਚ ਪੈ ਗਏ, ਸਾਡਾ ਦਿਮਾਗ ਤਾਂ ਉਹਦੇ ਵਿੱਚ ਹੀ ਰਹਿ ਗਿਆ। ਸੋ ਕਿਸੇ ਤੋਂ ਕੋਈ ਐਕਸਪੈਕਟੇਸ਼ਨ ਰੱਖਣ ਦੀ ਜਗ੍ਹਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਜੁੜਨਾ ਚਾਹੁੰਦੀ ਹਾਂ, ਤੁਸੀਂ ਮੈਨੂੰ ਮਾਰਗਦਰਸ਼ਨ ਮੇਰਾ ਕਰੋ, ਤੁਸੀਂ ਮੈਨੂੰ ਰਸਤਾ ਦਿਖਾਓ ਕਿ ਮੈਂ ਉਹ ਚੀਜ਼ ਕਿੱਦਾਂ ਕਰ ਸਕਾਂ। ਸੋ ਵੱਖਰਾ ਟਾਈਮ ਲੱਭਣ ਦੀ ਜਗ੍ਹਾ ਤੇ ਜੋ ਵੀ ਤੁਹਾਡੇ ਸਾਰੇ ਦਿਨ ਦੇ ਟਾਸਕਸ ਨੇ ਨਾ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਸੀਂ ਗੁਰਬਾਣੀ ਨੂੰ, ਨਾਮ ਨੂੰ ਕਿੱਦਾਂ ਲੈ ਕੇ ਆ ਸਕਦੇ ਹੋ। ਜੇ ਤੁਸੀਂ ਜੌਬ ਤੇ ਹੋ, ਮੈਨੂੰ ਨਹੀਂ ਪਤਾ ਤੁਹਾਡੀ ਸਾਰਿਆਂ ਦੀ ਕਿੱਦਾਂ ਦੀ ਜੌਬ ਹੈ ਨਾ, ਤੁਸੀਂ ਕੰਮ ਕਰਦੇ ਕਰਦੇ ਉੱਥੇ ਆਪਣੇ ਨਾਲ ਨਾਲ ਸਿਮਰਨ ਕਰ ਸਕਦੇ ਹੋ। ਕਬੀਰ ਸਾਹਿਬ ਦਾ ਬਹੁਤ ਵਧੀਆ ਸ਼ਬਦ ਹੈ ਜੀ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਤੇ ਕੰਮ ਪੈਰਾਂ ਨਾਲ ਕੰਮ ਕਰੋ, ਪਰ ਸੁਰਤ ਜਿਹੜੀ ਹੈ ਉਹ ਉਸ ਪਰਮਾਤਮਾ ਦੇ ਵਿੱਚ ਰੱਖੋ। ਉਹ ਤੁਹਾਡੀ ਗੁਰੂ ਦੇ ਨਾਲ ਸੰਗਤ ਹੈ, ਤੁਹਾਨੂੰ ਵੱਖਰਾ ਟਾਈਮ ਕੱਢਣ ਦੀ ਲੋੜ ਨਹੀਂ।